ਮੁਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਸ੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਾਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ, ਧਰੋਂ ਧਰਾ ਪਰ ਪੁੰਨ ਪੁੰਨ ਸੀਸਾ, ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਹਾਂਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤੋ ਹਮ ਜਾਏ ਅਪਰ ਥਲ ਰਹੈਂ, ਗ੍ਰਾਮ ਦੁਖੀ ਕਿਉ ਕਰਬੈ ਚਾਹੈਂ। ਜਿਤਕ ਸਿੱਖ ਸੇ ਸੰਗ ਸਿਧਾਰੇ, ਚੱਲੇ ਪਿਛਾਰੀ ਗੁਰੂ ਅਗਾਰੇ। ਤਉ ਹਮ ਜਾਏ ਅਪਰ ਥਲ ਰਹੈਂ। ਸੱਚੇ ਪਾਤਸ਼ਾਹ ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ, ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੇ ਉੱਤੇ ਸਦਾ ਕਿਰਪਾ ਕਰਨ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ ਸੁਖ ਨਿਧਾਨ, ਧੰਨ ਧੰਨ ਸਤਿਗੁਰੂ ਗਰੀਬ ਨਵਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸਿੱਖ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਈਮਾਨ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਦੇ ਨਾਲ ਗਰੀਬ ਨਵਾਜ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੱਜ ਕੇ ਬੈਠੇ ਹੋ।
ਗੁਰਬਾਣੀ ਜੀ ਦਾ ਕੀਰਤਨ ਆਪ ਜੀ ਨੇ ਬੜੇ ਹੀ ਪਿਆਰ ਦੇ ਨਾਲ ਸਰਵਣ ਕੀਤਾ ਹੈ। ਕੁਝ ਸਮਾਂ ਆਪਾਂ ਗੁਰੂ ਸਾਹਿਬ ਜੀ ਦਾ ਜਸ ਸਰਵਣ ਕਰਨਾ ਹੈ। ਬੜੇ ਹੀ ਪਿਆਰ ਨਾਲ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਦੂਸਰੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਕਥਾ ਆਪ ਜੀ ਸਿੱਖ ਸੰਗਤਾਂ ਬੜੇ ਹੀ ਪਿਆਰ ਦੇ ਨਾਲ ਸਰਵਣ ਕਰ ਰਹੇ ਹੋ। ਈਰਖਾਲੂ ਪੁਰਸ਼, ਨਿੰਦਕ ਪੁਰਸ਼ ਕਿਸੇ ਵੀ ਹੱਦ ਤੱਕ ਜਾ ਸਕਦੇ ਆ ਜੀ। ਜਿਹੜੇ ਈਰਖਾਲੂ ਹੁੰਦੇ ਆ ਨਾ ਜੀ, ਉਹਨਾਂ ਦਾ ਕੋਈ ਭਰੋਸਾ ਨਹੀਂ ਜੀ। ਤੁਸੀਂ ਸੁਣਿਆ ਜਿੱਥੇ ਖਡੂਰ ਸਾਹਿਬ ਦੇ ਵਿੱਚ ਆਪ ਪਰਮੇਸ਼ਰ ਸੱਚੇ ਪਾਤਸ਼ਾਹ ਗਰੀਬ ਨਵਾਜ਼ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਰਹਿੰਦੇ ਨੇ, ਉੱਥੇ ਨਾਲ ਦੀ ਨਾਲ ਇੱਕ ਤਪਾ ਵੀ ਰਹਿੰਦਾ ਹੈ ਜੀ। ਮਾੜੀ ਮੋਟੀ ਸਿੱਧੀ ਉਹਦੇ ਕੋਲ ਸੀਗੀ, ਪਰ ਸੰਗਤ ਜੀ ਸੂਰਜ ਸੂਰਜ ਹੀ ਹੁੰਦਾ ਹੈ ਅਤੇ ਜੁਗਨੂ ਜੁਗਨੂ ਹੀ ਹੁੰਦਾ ਹੈ ਜੀ। ਹਾਂਜੀ, ਜੁਗਨੂ ਦੀ ਲਾਈਟ ਜਿਹੜੀ ਹੈ ਨਾ ਜੀ, ਉਹ ਬੜੀ ਥੋੜ੍ਹੀ ਹੁੰਦੀ ਹੈ, ਅਤੇ ਸੂਰਜ ਦਾ ਤੇਜ ਪ੍ਰਤਾਪ ਬਹੁਤ ਹੁੰਦਾ ਜੀ। ਸੱਚੇ ਪਾਤਸ਼ਾਹ ਗਰੀਬ ਨਵਾਜ਼ ਨੇ ਸੂਰਜ ਵਰਗੇ, ਤੋ ਜਿਹੜਾ ਤਪਾ ਸੁਣਿਆ ਨਾ ਤੁਸੀਂ, ਉਹ ਹੈਗਾ ਜੁਗਨੂ ਵਰਗਾ ਜੀ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ। ਉਹਨੇ ਜਦੋਂ ਮੀਂਹ ਨਾ ਪਿਆ, ਖਹਿਰੇ ਬਰਾਦਰੀ ਦੇ ਕਿਸਾਨ ਉਹਦੇ ਕੋਲ ਗਏ। ਉਹਨੇ ਵੇਖਿਆ ਵੀ ਸਮਾਂ ਬੜਾ ਵਧੀਆ, ਉਹਨੇ ਮਹਾਰਾਜ ਦੇ ਖਿਲਾਫ ਉਹਨਾਂ ਨੂੰ ਭੜਕਾ ਦਿੱਤਾ ਜੀ। ਜਿਹੜੀ ਚੁੱਕਣਾ ਹੈ ਨਾ ਜੀ, ਇਹ ਪੱਥਰ ਪਾੜ ਦਿੰਦੀ ਹੈ ਜੀ। ਇਸ ਕਰਕੇ ਚੁੱਕਣਾ ਦੇ ਵਿੱਚ ਆ ਕੇ ਬੰਦਾ ਬੜੇ ਬੜੇ ਕੰਮ ਖਰਾਬ ਕਰ ਬਹਿੰਦਾ ਜੀ। ਸਿਆਣਾ ਬੰਦਾ ਚੁੱਕਣਾ ਵਿੱਚ ਨਹੀਂ ਆਉਂਦਾ ਜੀ, ਪਰ ਆਮ ਬੰਦਾ ਚੁੱਕਣਾ 'ਚ ਆ ਕੇ ਬੜੇ ਕੰਮ ਖਰਾਬ ਕਰ ਲੈਂਦਾ। ਉਸ ਤਪੇ ਨੇ ਚੁੱਕਣਾ ਦਿੱਤੀ, ਕਹਿਣ ਲੱਗਾ ਤੁਸੀਂ ਪਹਿਲਾਂ ਗੁਰੂ ਅੰਗਦ ਦੇਵ ਜੀ ਦੇ ਬਾਰੇ ਕਹਿਣ ਲੱਗਾ, ਉਹਨਾਂ ਨੂੰ ਪਿੰਡ 'ਚੋਂ ਬਾਹਰ ਭੇਜੋ। ਉਹ ਗ੍ਰਸਤੀ ਨੇ, ਉਹਨਾਂ ਦੀ ਪੂਜਾ ਹੋ ਰਹੀ ਹੈ, ਤਾਂ ਮੀਂਹ ਨਹੀਂ ਪੈ ਰਿਹਾ ਜੀ। ਉਹਨੇ ਗੱਲਾਂ ਇਸ ਤਰੀਕੇ ਨਾਲ ਕੀਤੀਆਂ, ਉਹ ਖਹਿਰੇ ਜਿਹੜੇ ਕਿਸਾਨ ਸਨ, ਉਹ ਉਹਦੀਆਂ ਗੱਲਾਂ ਵਿੱਚ ਆ ਗਏ ਜੀ। 9 ਬੰਦੇ ਇਕੱਠੇ ਹੋ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ। ਧੰਨ ਗੁਰੂ ਅੰਗਦ ਦੇਵ ਸਾਹਿਬ ਬੜੀ ਸ਼ਾਂਤੀ ਨਾਲ ਬੈਠੇ ਨੇ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਬੜੀ ਸ਼ਾਂਤੀ ਨਾਲ ਬੈਠੇ ਹੈ, ਪਰ ਉਹ 9 ਦੇ 9 ਬੰਦੇ ਆ ਕੇ ਬਹੁਤ ਊਲ ਜਲੂਲ ਮਹਾਰਾਜ ਨੂੰ ਬੋਲਣ ਲੱਗੇ ਜੀ। ਅਤੇ ਸਿੱਧਾ ਕਹਿਣ ਲੱਗੇ ਵੀ ਆਪੇ ਹੀ ਚਲੇ ਜਾਓ, ਤੁਹਾਡੇ ਕਰਕੇ ਮੀਂਹ ਨਹੀਂ ਪੈ ਰਿਹਾ, ਅਤੇ ਜੇ ਤੁਸੀਂ ਨਾ ਗਏ ਤਾਂ ਬਾਹੋਂ ਫੜ ਕੇ ਭੇਜ ਦਿਆਂਗੇ। ਇਹ ਉਹਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਖਿਆ। ਪਰ ਕਮਾਲ ਦੀ ਗੱਲ ਇਹ ਹੈ, ਨਾਮ ਜਪਣ ਵਾਲੇ ਦਾ ਹਿਰਦਾ ਬੜਾ ਕੋਮਲ ਹੁੰਦਾ ਜੀ। ਹਾਂਜੀ, ਮਹਾਰਾਜ ਬਾਣੀ 'ਚ ਕਿਰਪਾ ਕਰਦੇ, ਅਨਕ ਯਤਨ ਕਰ ਆਤਮ ਨਹੀਂ ਦਰਵੈ, ਹਰ ਦਰਗਹਿ ਕਹੋ ਕੈਸੇ ਗਵੈ। ਬੜੇ ਯਤਨ ਕੀਤੇ, ਪਰ ਜੇ ਆਤਮਾ ਹੀ ਨਹੀਂ ਅਜੇ ਦਰਵੀ, ਮਨ ਕੋਮਲ ਹੀ ਨਹੀਂ ਹੋਇਆ ਹਿਰਦਾ, ਤੇ ਮਹਾਰਾਜ ਕਹਿਣ ਲੱਗੇ ਫਿਰ ਰੱਬ ਦੀ ਦਰਗਾਹ 'ਚ ਕਿਵੇਂ ਜਾਏਗਾ। ਕਠੋਰ ਬੰਦਾ ਨਾ ਜੀ ਜਿਹੜਾ, ਉਹ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਨਹੀਂ ਹੈਗਾ ਜੀ। ਕਠੋਰ ਬੰਦਾ ਜੀ, ਕੋਮਲ ਸੁਭਾਅ ਦਾ ਬੰਦਾ ਰੱਬ ਦਾ ਪਿਆਰਾ ਬਣ ਜਾਂਦਾ। ਤੇ ਪਿਆਰਿਓ, ਨਾਮ ਜਪਦਿਆਂ ਜਪਦਿਆਂ ਜਦੋਂ ਇਹ ਸੁਭਾਅ ਬਣਦਾ ਨਾ ਜੀ, ਫਿਰ ਨਹੀਂ ਬੰਦਾ ਕਿਸੇ ਨੂੰ ਕੁਝ ਕਹਿੰਦਾ। ਜਦੋਂ ਉਹਨਾਂ ਬਹੁਤੇ ਹੀ ਬੁਰੇ ਬੋਲ ਮਹਾਰਾਜ ਜੀ ਨੂੰ ਬੋਲੇ, ਤੇ ਸੱਚੇ ਪਾਤਸ਼ਾਹ ਬੜੇ ਸ਼ਾਂਤੀ ਨਾਲ ਕਹਿਣ ਲੱਗੇ, ਭਾਈ ਅਸੀਂ ਤਾਂ ਇੱਥੇ ਪਹਿਲਾਂ ਦੇ ਹੀ ਰਹਿ ਰਹੇ ਹਾਂ, ਅਤੇ ਸਾਡੇ ਰਹਿਣ ਵਿੱਚ ਨਾ ਰਹਿਣ 'ਚ ਮੀਂਹ ਦਾ ਕੀ ਖੇਡ ਹੈਗੀ। ਮਹਾਰਾਜ ਕਹਿੰਦੇ ਮੀਂਹ ਤੇ ਕਰਮਾਂ ਦੀ ਖੇਡ ਹੈਗੀ ਹੈ, ਕਰਮਾਂ ਦੀ ਖੇਡ ਹੈ। ਉਹ ਮਹਾਰਾਜ ਨੂੰ ਕਹਿੰਦੇ ਜੀ ਅਸੀਂ ਗਿਆਨ ਧਿਆਨ ਨਹੀਂ ਸੁਣਨਾ ਤੁਹਾਡਾ। ਹਾਂਜੀ, ਸੱਚ ਤੇ ਹੈ ਵੀ ਹੰਕਾਰੀ ਬੰਦਾ ਕਥਾ ਨਹੀਂ ਤੇ ਸੁਣ ਸਕਦਾ, ਮੈਨੂੰ ਮਾਫ ਕਰਿਓ। ਤੇ ਛੇਤੀ ਕਿਤੇ ਕੀਰਤਨ ਵੀ ਨਹੀਂ ਉਹ ਸੁਣ ਸਕਦਾ। ਉਹਨੇ ਇਹੋ ਕਹਿਣਾ ਵੀ ਸ਼ਾਇਦ ਮੈਨੂੰ ਲਾ ਕੇ ਕਹਿ ਰਹੇ ਹੈ,
ਪਰ ਨਹੀਂ, ਮਹਾਰਾਜ ਦਾ ਗਿਆਨ ਤੇ ਸਾਂਝਾ ਹੈਗਾ ਜੀ। ਮਾੜੂ ਮੋਟ ਬੰਦਾ, ਹੰਕਾਰੀ ਬੰਦਾ ਗਿਆਨ ਧਿਆਨ ਨਹੀਂ ਤੇ ਸੁਣ ਸਕਦਾ। ਗਿਆਨ ਧਿਆਨ ਦੀ ਬਾਤ ਵੀ ਨਿਮਰਤਾ ਵਾਲਾ ਸੁਣਦਾ ਹੈ, ਕਥਾ ਵੀ ਨਿਮਰਤਾ ਵਾਲਾ ਸੁਣਦਾ ਹੈ, ਦੂਜਾ ਨਹੀਂ ਸੁਣ ਸਕਦਾ। ਸੋ ਮਹਾਰਾਜ ਗਰੀਬ ਨਵਾਜ ਜੀ ਨੂੰ ਬਹੁਤਾ ਹੀ ਜਦੋਂ ਬੁਰਾ ਬੋਲੇ, ਮਹਾਰਾਜ ਕਹਿੰਦੇ ਕੋਈ ਨਹੀਂ ਭਾਈ, ਜੇ ਸਾਡੇ ਰਿਆਂ ਮੀਂਹ ਰੁਕਦਾ ਤੇ ਅਸੀਂ ਚਲੇ ਜਾਂਦੇ ਹਾਂ, ਅਸੀਂ ਚਲੇ ਜਾਂਦੇ। ਹੁਣ ਤੁਸੀਂ ਅੰਦਾਜ਼ਾ ਲਾਓ, ਮੀਂਹ ਤੇ ਮਹਾਰਾਜ ਦਾ ਕੋਈ ਸੇਵਾਦਾਰ ਝਾੜੂ ਫੇਰਨ ਵਾਲਾ ਉਹ ਵੀ ਪਵਾ ਦੇ ਜੀ। ਮੀਂਹ ਤੇ ਵੱਡੀ ਚੀਜ਼ ਨਹੀਂ ਹੈਗੀ ਜੀ। ਤੇ ਮਹਾਰਾਜ ਆਪ ਪਰਮੇਸ਼ਰ ਰੱਬ ਸਭ ਕੁਝ ਕਰ ਸਕਦੇ ਹੈ। ਮਹਾਰਾਜ ਕੁੱਲ ਦੁਨੀਆ ਦੇ ਮਾਲਕ ਨੇ। ਉਹ 9 ਬੰਦੇ ਕੀ ਚੀਜ਼ ਹੈਗੀ ਜੀ ਗੁਰੂ ਸਾਹਿਬ ਅੱਗੇ ਜੀ। ਹਾਂਜੀ, ਪਰ ਮਹਾਰਾਜ ਸੱਚੇ ਪਾਤਸ਼ਾਹ ਨਿਮਰਤਾ ਵਿੱਚ ਆ ਗਏ ਜੀ, ਨਿਮਰਤਾ ਦੇ ਵਿੱਚ ਆ ਗਏ। ਤੇ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਉੱਥੋਂ ਕਹਿੰਦੇ ਵੀ ਆਪਾਂ ਹੁਣ ਚੱਲੀਏ, ਹੁਣ ਇਹਦੇ ਤੋਂ ਅੱਗੇ ਆਪਾਂ ਕਥਾ ਸਰਵਣ ਕਰਨੀ ਹੈ। ਪਿਆਰ ਦੇ ਨਾਲ ਸਾਰੀ ਸੰਗਤ ਜੋੜੋ ਹੱਥ, ਗੱਜ ਕੇ ਉਚਾਰਨ ਕਰੋ, ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਸਭ ਮਹਾਰਾਜ। ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ, ਸ਼੍ਰੀ ਵਾਹਿਗੁਰੂ ਸਾਹਿਬ ਜੀ। ਤਉ ਹਮ ਜਾਏ ਅਪਰ ਥਲ ਰਹੈ। ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਆਸਣ ਤੇ ਬੈਠੇ ਉਹਨਾਂ 9 ਬੰਦਿਆਂ ਨੂੰ ਕਹਿ ਰਹੇ ਜਿਹੜੇ ਚੌਧਰੀ ਬਣੇ ਜੀ। ਚੌਧਰੀ ਕਿਹੜੇ? ਕੜਮ ਚੌਧਰੀ ਜੀ, ਆਪੇ ਬਣੇ ਹੋਏ। ਮਹਾਰਾਜ ਕਹਿਣ ਲੱਗੇ ਜੇ ਸਾਡੇ ਰਿਆਂ ਤੁਸੀਂ ਦੁਖੀ ਹੁੰਦੇ ਹੋ ਤੇ ਅਸੀਂ ਪਿੰਡ ਕਿਉਂ ਦੁਖੀ ਕਰਨਾ, ਅਸੀਂ ਹੋਰ ਕਿਤੇ ਚਲੇ ਜਾਂਦੇ ਹਾਂ। ਹਾਂਜੀ, ਗ੍ਰਾਮ ਦੁਖੀ ਕਿਉਂ ਕਰਬੇ ਚਾਹੈ। ਵੇਖ ਲਓ, ਸਾਰਿਆਂ ਨੂੰ ਸੁੱਖ ਦੇਣ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਅਸੀਂ ਤੁਹਾਨੂੰ ਦੁਖੀ ਕਿਉਂ ਕਰਨਾ ਭਾਈ। ਹਾਂਜੀ, ਜਿਤਕ ਸਿੱਖ ਸੇ ਸੰਗ ਸਿਧਾਰੇ। ਮਹਾਰਾਜ ਉਸੇ ਸਮੇਂ ਹੀ ਤੁਰ ਪਏ ਜੀ, ਉਸੇ ਸਮੇਂ ਤੁਰ ਪਏ। ਤੇ ਸੰਗਤ ਜੀ ਜਿੰਨੇ ਕੁ ਸਿੱਖ ਨਾਲ ਸਨ ਉਹ ਵੀ ਨਾਲ ਤੁਰ ਪਏ ਸੱਚੇ ਪਾਤਸ਼ਾਹ ਜੀ ਦੇ। ਹੈ ਕਿਸੇ ਵਿੱਚ ਇੰਨੀ ਨਿਮਰਤਾ ਜੀ। ਹਾਂਜੀ, ਚਲੇ ਪਿਛਾਰੀ ਗੁਰੂ ਅਗਾਰੇ। ਸੱਚੇ ਪਾਤਸ਼ਾਹ ਅੱਗੇ ਅੱਗੇ ਤੇ ਗੁਰੂ ਜੀ ਦੇ ਸਿੱਖ ਪਿੱਛੇ ਪਿੱਛੇ ਜੀ। ਤੇ ਮਹਾਰਾਜ ਸਹਿਜ ਸੁਭਾਅ ਤੁਰਦੇ ਹੋਏ ਖਡੂਰ ਸਾਹਿਬ ਚੋਂ ਬਾਹਰ ਨਿਕਲ ਆਏ ਜੀ। ਹਾਂਜੀ, 14 ਲੋਕਨ ਥਾਪੋ ਥਾਪੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਸਿੱਖੋ ਸਤਿਗੁਰੂ ਵਿੱਚ ਇੰਨੀ ਵੱਡੀ ਤਾਕਤ ਹੈ। 14 ਲੋਕ ਹੁਣੇ ਹੀ ਚਾਹੁਣ ਤਬਾਹ ਕਰ ਦੇਣ ਤੇ 14 ਲੋਕ ਹੁਣੇ ਚਾਹੁਣ ਮੁੜ ਸਾਜ ਦੇਣ ਜੀ। ਹਾਂਜੀ, ਤਾਉ ਛਿਮਾ ਨਿਤ ਪਰਮ ਅਮਾਪੇ। ਫਿਰ ਵੀ ਮਹਾਰਾਜ ਮਾਫੀ ਕਰਦੇ ਸਾਰਿਆਂ ਨੂੰ ਜੀ। ਉਹਨਾਂ ਨੂੰ ਮਾਫ ਕਰਤਾ ਜਿਹੜੇ ਬੁਰਾ ਆ ਕੇ ਬੋਲੇ। ਹਾਂਜੀ, ਗਮਨਤ ਪਹੁੰਚੇ ਕੇਤਕ ਦੂਰੇ। ਤੇ ਚੱਲਦਿਆਂ ਸੱਚੇ ਪਾਤਸ਼ਾਹ ਗਰੀਬ ਨਵਾਜ ਕੁਝ ਦੂਰ ਪਹੁੰਚ ਗਏ ਜੀ। ਵੇਖ ਲਓ ਉਸੇ ਵੇਲੇ ਹੀ ਤੁਰ ਪਏ ਜੀ। ਮਾਤਾ ਖੀਵੀ ਜੀ ਨੂੰ ਵੀ ਨਾਲ ਲੈ ਲਿਆ ਮਹਾਰਾਜ ਦੇ ਮਹਿਲ। ਸਤਿਗੁਰੂ ਦੇ ਪੁੱਤਰ ਵੀ ਤੁਰ ਪਏ ਜੀ। ਸਾਰਿਆਂ ਨੂੰ ਤੁਰਨਾ ਪੈਣਾ ਸੀਗਾ। ਤੇ ਸਾਰੇ ਕਹਿੰਦੇ ਵੀ ਸੀ ਵੀ ਗੱਲ ਕਰੀਏ ਮਹਾਰਾਜ ਇਹਨਾਂ ਨਾਲ, ਪਰ ਮਹਾਰਾਜ ਕਹਿੰਦੇ ਨਹੀਂ, ਕਿਸੇ ਨਾਲ ਕੋਈ ਗੱਲ ਨਹੀਂ ਕਰਨੀ। ਹਾਂਜੀ, ਕਰਿਓ ਜਾਏ ਡੇਰਾ ਗੁਰ ਪੂਰੇ। ਹਾਂਜੀ, ਸਿੱਖਿਆ ਸਮੀਪ ਬੈਠ ਗਏ ਤਹਾਂ। ਤੇ ਜਿੱਥੇ ਮਹਾਰਾਜ ਨੇ ਫੁਰਨਾ ਬਣਾਇਆ ਸੀ ਖਾਨ ਰਜਾਦੇ ਦਾ ਥੇ, ਉੱਥੋਂ ਮਹਾਰਾਜ ਸੱਚੇ ਪਾਤਸ਼ਾਹ ਤੁਰ ਪਏ ਆ ਤੇ ਨਾਲ ਨਾਲ ਸਿੱਖ ਤੁਰੇ ਜਾ ਰਹੇ ਜੀ। ਡੇਰਾ ਕੀਤਾ ਇੱਕ ਥਾਂ ਤੇ ਰਸਤੇ ਵਿੱਚ ਪਹਿਲਾਂ। ਹਾਂਜੀ, ਇੱਕ ਰਸ ਰਿਦਾ ਸ਼ਾਂਤ ਨਿਤ ਮਹਾ। ਸੰਗਤ ਜੀ ਸਾਨੂੰ ਕੋਈ ਗੱਲ ਕਰੇ ਸਾਡਾ ਹਿਰਦਾ ਬੜਾ ਦੁਖੀ ਹੁੰਦਾ ਜੀ। ਉਹ ਲੋਕ ਆ ਕੇ ਬੁਰਾ ਬੋਲੇ ਤੇ ਮਹਾਰਾਜ ਇੱਕ ਰਸ ਸ਼ਾਂਤ ਜੀ, ਕੁਝ ਨਹੀਂ ਆਖਿਆ ਜੀ ਕਿਸੇ ਨੂੰ। ਗੱਜ ਕੇ ਆਖੋ ਵਾਹਿਗੁਰੂ। ਇੱਕ ਥਾਂ ਤੇ ਆ ਕੇ ਬੈਠੇ ਰਸਤੇ 'ਚ,
ਉੱਥੇ ਵੀ ਸ਼ਾਂਤੀ ਨੇ ਜੀ। ਹਾਂਜੀ जहाँ जाए बैठे तह जंगल, ਹਾਂਜੀ। सतगुर पग ते भा थल मंगल। ਕਵੀ ਸੰਤੋਖ ਸਿੰਘ ਜੀ ਕਹਿੰਦੇ, ਪਿਆਰਿਓ ਜਿੱਥੇ ਜੰਗਲ ਵਿੱਚ ਜਾ ਕੇ ਮਹਾਰਾਜ ਬੈਠੇ ਸੀ ਨਾ, ਅੱਜ ਉੱਥੇ ਮੰਗਲ ਲੱਗੇ ਹੋਏ, ਕਹਿਣ ਲੱਗੇ ਅੱਜ ਉੱਥੇ ਰੌਣਕਾਂ ਲੱਗੀਆਂ ਜੀ। ਤੇ ਅਸਲ ਵਿੱਚ ਉਸ ਸਮੇਂ ਹੀ ਰੌਣਕਾਂ ਲੱਗ ਗਈਆਂ ਸੀਗੀਆਂ ਜੀ, ਜਦੋਂ ਮਹਾਰਾਜ ਉੱਥੇ ਪਹੁੰਚੇ। ਹਾਂਜੀ सब मंगल के गुर स्थान, ਹਾਂਜੀ। कहो ना होए यह तह जेह भगवान। ਕਹਿੰਦੇ ਜਿੱਥੇ ਭਗਵਾਨ ਆਪ ਜਾਵੇ, ਜਿੱਥੇ ਸਤਿਗੁਰੂ ਆਪ ਜਾਣ, ਉਜੜੀ ਹੋਈ ਥਾਂ ਵੀ ਵਸ ਜਾਂਦੀ ਹੈ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਕਰਹਿ ਕੀਰਤਨ ਸੁਨੈ ਅਨੇਕ। ਲਓ ਜੀ, ਉੱਥੇ ਪਹੁੰਚੇ, ਮਹਾਰਾਜ ਨੇ ਕਿਹਾ ਕੀਰਤਨ ਕਰੋ ਭਾਈ। ਕੀਰਤਨ ਸ਼ੁਰੂ ਹੋ ਗਿਆ ਜੀ, ਸਿੱਖ ਸੁਣਨ ਲੱਗ ਪਏ। ਸੰਗਤਾਂ ਨੂੰ ਪਤਾ ਲੱਗਾ ਮਹਾਰਾਜ ਉਧਰ ਨੇ, ਸੰਗਤਾਂ ਉਧਰ ਤੁਰ ਪਈਆਂ ਜੀ ਸਾਰੀਆਂ। ਹਾਂਜੀ। ਸੋਬਹਿ ਬੀਚ ਸਮੁੰਦਰ ਬਵੇਕ। ਕਮਾਲ ਦੀ ਗੱਲ, ਜੰਗਲ ਦੇ ਵਿੱਚ ਬੈਠੇ ਕੀਰਤਨ ਹੋ ਰਿਹਾ, ਸਿੱਖ ਆਲੇ ਦੁਆਲੇ, ਤੇ ਮਹਾਰਾਜ ਉੱਥੇ ਬੈਠੇ ਵੀ ਫੱਬ ਰਹੇ ਐ ਦੀ। ਗੱਜ ਕੇ ਆਖੋ ਵਾਹਿਗੁਰੂ। ਅੰਦਰ ਨਾਮ ਹੋਣਾ ਚਾਹੀਦਾ, ਬੰਦਾ ਕਿਤੇ ਬੈਠਾ ਵੀ ਫੱਬ ਜਾਂਦਾ ਜੀ। ਹਾਂਜੀ। ਤਬ ਸ਼੍ਰੀ ਬੁੱਢੇ ਬਾਕ ਬਖਾਨਾ। ਕੀਰਤਨ ਦੀ ਸਮਾਪਤੀ ਹੋਈ, ਸੰਪੂਰਨਤਾ ਹੋਈ, ਤੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਹਾਂਜੀ ਆਪ ਪਰਮ ਹੋ ਛਿਮਾ ਨਿਧਾਨਾ। ਮਹਾਰਾਜ ਤੁਸੀਂ ਤੇ ਮਾਫੀ ਦੇ ਖਜ਼ਾਨੇ ਹੋ। ਮਹਾਰਾਜ ਤੁਹਾਡੇ ਜਿੰਨੀ ਮਾਫੀ ਕਿਹਨੇ ਦੇਣੀ ਹੈ? ਹਾਂਜੀ। ਦਰੋਹ ਅਕਾਰਨ ਤਪਾ ਸੰਤਾਪੀ। ਪਤਾ ਤੇ ਲੱਗ ਗਿਆ ਸਾਰਿਆਂ ਨੂੰ, ਕਿਉਂ ਆਪ ਹੀ ਬੰਦਿਆਂ ਕਹਿਤਾ ਸੀ ਸਾਨੂੰ ਤਪੇ ਨੇ ਆਖਿਆ। ਕਹਿੰਦੇ ਮਹਾਰਾਜ ਕਿਸੇ ਗੱਲ ਤੋਂ ਬਗੈਰ ਹੀ ਤਪਾ ਤੁਹਾਡੇ ਨਾਲ ਵਿਰੋਧ ਕਰ ਰਿਹਾ ਮਹਾਰਾਜ। ਹਾਂਜੀ। ਨਿੰਦਾ ਕਰਤ ਅਸੂਯਕ ਪਾਪੀ। ਮਾੜੀ ਮੱਤ ਵਾਲਾ ਮਹਾਰਾਜ ਆਪ ਜੀ ਦੀ ਐਵੇਂ ਹੀ ਨਿੰਦਾ ਕਰੀ ਜਾਂਦਾ। ਹਾਂਜੀ। ਇਹ ਰਾਹਕ ਮੂਰਖ ਮਤ ਹੀਨੇ। ਹਾਂਜੀ। ਹਿਰਦੇ ਵਿਚਾਰ ਜਿਨਹੁ ਨਹਿ ਕੀਨੇ। ਗੱਜ ਕੇ ਆਖੋ ਵਾਹਿਗੁਰੂ। ਤੇ ਬਾਬਾ ਬੁੱਢਾ ਸਾਹਿਬ ਦੇ ਮੁਖੋਂ ਬਚਨ ਨਿਕਲ ਰਿਹਾ ਜੀ। ਕਹਿੰਦੇ ਮਹਾਰਾਜ, ਬਾਬਾ ਜੀ ਕਹਿੰਦੇ ਮਹਾਰਾਜ ਉਹ ਤੇ ਮੂਰਖ ਪਾਪੀ ਹੈ ਹੀ ਹੈ, ਤੇ ਮਹਾਰਾਜ ਆ ਜਿਹੜੇ ਉਹਦੇ ਪਿੱਛੇ ਲੱਗ ਗਏ ਵੀ ਮੂਰਖ ਹੀ ਨੇ ਸਾਰੇ, ਇਹ ਵੀ ਮੂਰਖ ਹੀ ਨੇ। ਇਹਨਾਂ ਵੀ ਨਾ ਵਿਚਾਰ ਕੀਤੀ। ਹਾਂਜੀ। ਆਨ ਆਪ ਕੋ ਕੀਏ ਅਪਮਾਨਾ। ਸਭ ਸਿਰ ਮੋਰ ਉਚਿਤ ਸਨਮਾਨਾ। ਆਪ ਜੀ ਸਾਰਿਆਂ ਦੇ ਸਿਰ ਮੋਰ, ਸਾਰਿਆਂ ਦੇ ਮਾਲਕ, ਤੇ ਤੁਹਾਡਾ ਕਿ ਇਸ ਤਰ੍ਹਾਂ ਨਿਰਾਦਰ ਕੀਤਾ। ਹਾਂਜੀ। ਤੁਮਰੀ ਕਰੀ ਅਵਗਿਆ ਜੋਏ। ਤਪਾ ਪਾਏ ਫਲ ਅਤ ਦੁਖ ਹੋਏ। ਹੇ ਸੱਚੇ ਪਾਤਸ਼ਾਹ, ਤੁਹਾਡੀ ਅਵਗਿਆ ਕੀਤੀ ਤਪੇ ਨੇ, ਤੇ ਮਹਾਰਾਜ ਉਹਨੂੰ ਫਲ ਮਿਲਣਾ, ਉਹਨੇ ਦੁਖੀ ਬੜਾ ਹੋਣਾ। ਗੱਜ ਕੇ ਆਖੋ ਵਾਹਿਗੁਰੂ। ਹੁਣ ਜਿੱਥੇ ਬਾਬਾ ਬੁੱਢਾ ਜੀ ਨੇ ਕਹਿਤਾ ਉੱਥੇ ਕਸਰ ਰਹਿ ਜਾਣੀ ਪਿੱਛੇ ਜੀ। ਹਾਂਜੀ। ਬਿਨ ਕਾਰਨ ਹੀ ਦਵੈਸ਼ ਕਮਾਵਹਿ। ਹਸਹਿ ਨਿਕਾਸ ਕਹਾਂ ਸੁਖ ਪਾਵਹਿ। ਕਈ ਬੰਦਿਆਂ ਦਾ ਸੁਭਾਅ ਹੁੰਦਾ ਜੀ ਬਿਨਾਂ ਕਾਰਨ ਤੋਂ ਦਵੈਸ਼ ਕਰਨਾ ਜੀ, ਕੋਈ ਕਾਰਨ ਥੋੜੀ ਹੁੰਦਾ ਜੀ। ਤੇ ਮੈਨੂੰ ਮਾਫ ਕਰਿਓ, ਇਹੋ ਜਿਹੇ ਬੰਦਿਆਂ ਦੀ ਬਿਰਤੀ ਪਤਾ ਕਿਹੜੀ ਹੁੰਦੀ ਹੈ? ਕੁੱਤਾ ਬਿਰਤੀ ਜੀ, ਬਿਨਾਂ ਗੱਲ ਤੋਂ ਜੀ। ਉਹਦਾ ਕਾਰਨ ਤੁਸੀਂ ਵੇਖਿਓ, ਕਈ ਕੁੱਤੇ ਜਿਹੜੇ ਸੜਕਾਂ 'ਤੇ ਖਲੋਤੇ ਹੁੰਦੇ ਆ, ਗੱਡੀ ਲੈ ਕੇ ਬੰਦਾ ਨੰਗੇ ਐਵੇਂ ਬਿਨਾਂ ਕਾਰਨ, ਨਾ ਉਹਨਾਂ ਨੂੰ ਕੁਝ ਆਖਿਆ ਜੀ ਆਪਾਂ, ਉਹਨਾਂ ਕੁੱਤਿਆਂ ਨੂੰ ਆਖਿਆ ਨਹੀਂ ਕੁਝ, ਪਰ ਉਹ ਐਵੇਂ ਹੀ ਗੱਡੀ ਦੇ ਮਗਰ ਭੌਂਕੀ ਜਾਂਦੇ ਜੀ। ਪਤਾ ਨਹੀਂ ਉਹਨਾਂ ਨੂੰ ਕਿਹੜਾ ਸ਼ੱਕ ਹੋ ਜਾਂਦਾ ਜੀ ਸਾਡੇ ਤੇ। ਗੱਜ ਕੇ ਆਖੋ ਵਾਹਿਗੁਰੂ। ਕਿਹੜਾ ਸ਼ੱਕ ਹੋ ਜਾਂਦਾ ਜੀ ਵੀ ਬਿਨਾਂ ਕਾਰਨ ਹੀ ਭੌਂਕੀ ਜਾਣਾ ਜੀ, ਕੁੱਤੇ ਦਾ ਕੰਮ ਹੈ। ਕਹਿੰਦੇ ਮਹਾਰਾਜ ਇਹ ਤੇ ਮੂਰਖ ਨੇ ਬੜਾ ਵੱਡਾ ਤਪਾ, ਮੂਰਖ ਹੈ। ਹਾਂਜੀ। ਅਜਰ ਜਰਨ ਧੀਰਜ ਤੁਮ ਮਾਹੀ। ਗੱਜ ਕੇ ਆਖੋ ਵਾਹਿਗੁਰੂ। ਪਰ ਧੰਨ ਬਾਬਾ ਬੁੱਢਾ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਮਹਾਰਾਜ ਤੁਸੀਂ ਵੀ ਧੰਨ ਹੋ ਮਹਾਰਾਜ, ਇੰਨਾ ਧੀਰਜ ਤੁਹਾਡੇ ਵਿੱਚ। ਸੱਚੇ ਪਾਤਸ਼ਾਹ ਇੰਨੀ ਸ਼ਾਂਤੀ,
ਹਾਂਜੀ। ਕਰ ਸਕ ਹੈ ਸਮਤਾ ਅਸ ਨਾਹੀ। ਤੇ ਧੰਨ ਬਾਬਾ ਬੁੱਢਾ ਜੀ ਹੱਥ ਜੋੜ ਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਕਹਿਣ ਲੱਗੇ, ਸੱਚੇ ਪਾਤਸ਼ਾਹ ਤੁਹਾਡੀ ਬਰਾਬਰੀ ਨਹੀਂ ਕੋਈ ਕਰ ਸਕਦਾ ਜੀ, ਤੁਹਾਡੀ ਬਰਾਬਰੀ ਨਹੀਂ ਕੋਈ ਕਰ ਸਕਦਾ। ਹਾਂਜੀ। ਛਿਮਾਵੰਤ ਛਿਤ ਜਿਮ ਸਭ ਕਾਲਾ, ਕਹਿ ਰਾਵਰ ਮੈਂ ਛਿਮਾ ਬਿਸਾਲਾ। ਸੱਚੇ ਪਾਤਸ਼ਾਹ ਤੁਹਾਡੇ ਵਿੱਚ ਤੇ ਮਾਫ ਕਰਨ ਦੀ ਬਹੁਤੀ ਵੱਡੀ ਸ਼ਕਤੀ ਹੈਗੀ ਹੈ, ਤੇ ਮੈਂ ਬੇਨਤੀ ਕਰਾਂ ਬਿਨਾਂ ਸਿਮਰਨ ਤੋਂ ਇਹ ਸ਼ਕਤੀ ਨਹੀਂ ਤੇ ਆਉਂਦੀ। ਬੰਦਾ ਇੱਥੇ ਕਹਿੰਦਾ ਮੈਂ ਬਦਲਾ ਲਵਾਂਗਾ ਪੂਰਾ, ਪਰ ਜਦੋਂ ਬੰਦਾ ਪਾਠ ਕਰਦਾ ਨਾ, ਸਿਮਰਨ ਕਰਦਾ, ਫਿਰ ਉਹਦੇ ਵਿੱਚੋਂ ਇਹ ਗੱਲਾਂ ਨਿਕਲਦੀਆਂ ਜੀ। ਹਾਂਜੀ। ਆਪ ਸਮਰੱਥ ਚਹੋ ਸੋ ਕਰਹੁ, ਸਭਨ ਡਰਾਵਹੁ ਤੁਮ ਨਹਿ ਡਰਹੁ। ਸੱਚੇ ਪਾਤਸ਼ਾਹ ਤੁਸੀਂ ਸਮਰੱਥ ਹੋ ਮਹਾਰਾਜ, ਤੁਸੀਂ ਆਪ ਮਾਲਕ ਹੋ, ਜੋ ਚਾਹੋ ਉਹ ਕਰ ਸਕਦੇ ਹੋ, ਪਰ ਫਿਰ ਵੀ ਚੁੱਪ ਹੋ ਕੇ ਮਹਾਰਾਜ ਤੁਸੀਂ ਤੁਰ ਕੇ ਆ ਗਏ। ਤੁਸੀਂ ਕੁਝ ਵੀ ਉਹਨਾਂ ਨੂੰ ਆਖਿਆ ਵੀ ਨਹੀਂ, ਕੋਈ ਬਚਨ ਵੀ ਨਹੀਂ ਆਖਿਆ। ਹਾਂਜੀ। ਇਮ ਕਹਿ ਮੌਨ ਧਾਰ ਕਰ ਬੈਸੇ। ਪਰ ਕਮਾਲ ਦੀ ਗੱਲ, ਗੁਰੂ ਅੰਗਦ ਦੇਵ ਜੀ ਨੇ ਬਾਬਾ ਜੀ ਦੀ ਗੱਲ ਦਾ ਵੀ ਉੱਤਰ ਨਹੀਂ ਦਿੱਤਾ ਜੀ। ਮਹਾਰਾਜ ਸ਼ਾਂਤ ਹੀ ਬੈਠੇ ਰਹੇ ਜੀ। ਹਾਂਜੀ। ਭਿਖ ਹੈ ਗੁਰੂ ਗਤ ਕਰ ਹੈ ਜੈਸੇ। ਕਹਿ ਕੇ ਬਾਬਾ ਜੀ ਵੀ ਚੁੱਪ ਹੋ ਗਏ ਵੀ ਜਿਵੇਂ ਮਹਾਰਾਜ ਦੀ ਮਰਜ਼ੀ। ਹੁਣ ਵੇਖੋ ਨਾ, ਘਰ ਬਾਹਰ ਲੰਗਰ ਸਾਰਾ ਕੁਝ ਛੱਡ ਕੇ ਜੰਗਲ ਵਿੱਚ ਆ ਗਏ ਮਹਾਰਾਜ। ਹਾਂਜੀ। ਨਿਜ ਪ੍ਰਤਾਪ ਕੋ ਨਹੀਂ ਜਨਾਵਨ। ਚਾਹੁੰਦੇ ਤੇ ਕੁਝ ਵੀ ਕਰ ਸਕਦੇ ਸੀ, ਪਰ ਮਹਾਰਾਜ ਨੇ ਪ੍ਰਤਾਪ ਵਿਖਾਇਆ ਨਹੀਂ ਜੀ। ਹਾਂਜੀ। ਅਪਰ ਨਰਨ ਸਮ ਵਾਹ ਵਾਹ। ਆਪਨ ਦਿਖਾਵਹਿ। ਸਾਧ ਸੰਗਤ ਜੀ ਆਮ ਮਨੁੱਖਾਂ ਵਰਗੇ ਰਹੇ ਮਹਾਰਾਜ, ਗੱਜ ਕੇ ਆਖੋ ਵਾਹਿਗੁਰੂ। ਆਮ ਮਨੁੱਖਾਂ ਵਰਗੇ ਰਹੇ ਮਹਾਰਾਜ। ਹਾਂਜੀ। ਦੋਹਰਾ ਤੇਜੋ ਕੇ ਨੰਦਨ ਜੋ, ਸੇਵ ਕਰਤ ਦਿਨ ਰੈਨ। ਤੇ ਉਧਰ ਮਹਾਰਾਜ ਖਡੂਰ ਸਾਹਿਬ ਚੋਂ ਆ ਗਏ, ਤੇ ਉਧਰ ਬਾਬਾ ਜੀ ਬਾਬਾ ਅਮਰਦਾਸ ਜੀ, ਭਾਵ ਧੰਨ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਵਿੱਚ ਦਿਨ ਰਾਤ ਸੰਗਤਾਂ ਦੀ ਸੇਵਾ ਕਰ ਰਹੇ ਹੈ। ਹਾਂਜੀ। ਗਮਨੇ ਹੁਤੇ ਨਕੇਤ ਕੋ, ਪ੍ਰੇਮ ਪਰੇ ਜੁਗ ਨੈਨ। ਉਹ ਘਰ ਵਿੱਚ ਸਨ, ਆਪਣੇ ਘਰ ਗਏ ਸਨ ਉਹਨਾਂ ਦਿਨਾਂ ਵਿੱਚ। ਹਾਂਜੀ। ਚੌਪਈ ਨਿਕਸੇ ਗੁਰੂ ਪਿਛਾਰੀ ਆਇਓ। ਤੇ ਮਹਾਰਾਜ ਨੇ ਦੱਸਿਆ ਵੀ ਨਹੀਂ, ਪਿੱਛੋਂ ਗੁਰੂ ਅੰਗਦ ਸਾਹਿਬ ਉਸੇ ਸਮੇਂ ਤੁਰ ਪਏ ਜੀ। ਹਾਂਜੀ। ਡੇਰੇ ਗ੍ਰਾਮ ਵਿਖੇ ਦਰਸਾਇਓ। ਤੇ ਸਾਧ ਸੰਗਤ ਜੀ ਬਾਬਾ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਆਏ ਜੀ। ਗੱਜ ਕੇ ਆਖੋ ਵਾਹਿਗੁਰੂ। ਪਰ ਜਦੋਂ ਖਡੂਰ ਸਾਹਿਬ ਦਰਸ਼ਨ ਕਰਨ ਆਏ ਤਾਂ ਉੱਥੇ ਵੇਖਿਆ ਕੁਝ ਹੈ ਹੀ ਨਹੀਂ ਜੀ, ਡੇਰਾ ਖਾਲੀ ਪਿਆ ਸਾਰਾ। ਹਾਂਜੀ। ਤਹਿ ਸੰਗੀ ਨਿਜ ਕੋਏ ਨਾ ਦੇਖਾ। ਗੁਰੂ ਸਾਹਿਬ ਦਾ ਕੋਈ ਸੇਵਕ ਉੱਥੇ ਡੇਰੇ ਵਿੱਚ ਨਹੀਂ ਹੈਗਾ। ਹਾਂਜੀ। ਸਹਿਤ ਗੁਰੂ ਨਹਿ ਸਿੱਖ ਅਸਿੱਖਾ। ਗੁਰੂ ਸਾਹਿਬ ਵੀ ਨਹੀਂ ਹੈਗੇ, ਨਾ ਕੋਈ ਸਿੱਖ ਹੈ, ਡੇਰਾ ਖਾਲੀ ਪਿਆ ਜੀ। ਹਾਂਜੀ। ਬੂਜਨ ਕੀਨ ਗੁਰੂ ਕਿਤ ਗਏ। ਤੇ ਬਾਬਾ ਅਮਰਦਾਸ ਜੀ ਨਾ ਪਿੰਡ ਚੋਂ ਪੁੱਛਦੇ, ਭਾਈ ਪਿਆਰਿਓ ਮੇਰੇ ਸੱਚੇ ਪਾਤਸ਼ਾਹ ਕਿੱਥੇ ਗਏ ਨੇ। ਹਾਂਜੀ। ਸਿੱਖ ਜੇ ਸਗਲ ਸੰਗ ਹੀ ਲਏ। ਸਾਰੇ ਸਿੱਖ ਵੀ ਨਾਲ ਲੈ ਕੇ ਡੇਰਾ ਖਾਲੀ ਕਰ ਗਏ ਮਹਾਰਾਜ। ਹਾਂਜੀ। ਕੌਣ ਕਾਜ ਤਿਨ ਕੋ ਅਸ ਭਇਓ। ਭਾਈ ਪਿਆਰਿਓ ਕਿਹੜਾ ਇਹੋ ਜਿਹਾ ਕੰਮ ਸੀ, ਇੱਕਦਮ ਹੀ ਮਹਾਰਾਜ ਚਲੇ ਗਏ। ਹਾਂਜੀ। ਤਤ ਛਿਨ ਗਮਨ ਵਹਿਰ ਕੋ ਕਇਓ। ਇੱਕਦਮ ਹੀ ਜਿਹੜੇ ਬਾਹਰ ਚਲੇ ਗਏ, ਦੱਸੋ ਮੈਨੂੰ ਮਹਾਰਾਜ ਕਿੱਥੇ ਗਏ ਆ। ਹਾਂਜੀ। ਸੁਨ ਕਿਸ ਨਰ ਨੇ ਕਥਾ ਬਖਾਨੀ। ਉੱਥੇ ਫਿਰ ਇੱਕ ਬੰਦਾ ਖਲੋਤਾ ਹੈਗਾ ਜੀ, ਉਹਨੇ ਸਾਰੀ ਗੱਲ ਦੱਸੀ ਜੀ। ਹਾਂਜੀ। ਪਾਪੀ ਤਪੇ ਦੁਸ਼ਟਤਾ ਠਾਨੀ। ਉਹ ਬੰਦਾ ਵੀ ਬੜਾ ਦੁਖੀ ਸੀ ਮਹਾਰਾਜ ਦੇ ਜਾਣ ਤੋਂ, ਰੌਣਕਾਂ ਹੀ ਖਤਮ ਹੋ ਗਈਆਂ ਜੀ ਖਡੂਰ ਸਾਹਿਬ ਦੀਆਂ। ਤਪੇ ਕੋ ਤੇ 4-5 ਜੀ ਆਉਂਦੇ ਸੀਗੇ, ਉਧਰ ਰੌਣਕਾਂ ਲੱਗਦੀਆਂ ਸੀ। ਉਹ ਕਹਿਣ ਲੱਗਾ ਬਾਬਾ ਜੀ ਇਹ ਸਾਰਾ ਕੁਝ ਉਸ ਪਾਪੀ ਤਪੇ ਦਾ ਕੀਤਾ ਹੋਇਆ, ਉਹਦਾ ਕੀਤਾ ਹੋਇਆ ਸਾਰਾ। ਹਾਂਜੀ। ਕਹਿਓ ਕਿ ਬਰਖਾ ਹੋਵੇ ਤਦਾ, ਸ਼੍ਰੀ ਗੁਰ ਅੰਗਦ ਨਿਕਸਹਿ ਜਦਾ। ਉਹਨੇ ਆਖਿਆ ਸੀ ਵੀ ਪਿੰਡ 'ਚ ਮੀਂਹ ਪਵੇਗਾ ਜਦੋਂ ਗੁਰੂ ਅੰਗਦ ਦੇਵ ਸਾਹਿਬ ਚਲੇ ਜਾਣਗੇ।
ਹਾਂਜੀ। ਸੁਨ ਰਾਹਕ ਮੂਰਖ ਮਤ ਆਏ। ਕਹਿਣ ਲੱਗਾ ਬਾਬਾ ਜੀ ਉਹੋ ਜਿਹੇ ਮੂਰਖੋ ਕਿਸਾਨ ਜਿਹੜੇ ਉਹਦੇ ਮਗਰ ਲੱਗ ਗਏ। ਹਾਂਜੀ। ਨਿਕਸਹੁ ਗ੍ਰਾਮ ਕਠੋਰ ਅਲਾਏ। ਉਹਨਾਂ ਬੜਾ ਕਠੋਰ ਆ ਕੇ ਬੋਲੇ ਵੀ ਜਾਓ ਇੱਥੋਂ। ਹਾਂਜੀ। ਛਿਮਾ ਧਾਰ ਗੁਰ ਵਹਿਰ ਪਧਾਰੇ। ਪਰ ਕਹਿਣ ਲੱਗਾ ਅਸੀਂ ਜਾਂਦਿਆਂ ਵੇਖਿਆ ਮਹਾਰਾਜ ਸ਼ਾਂਤੀ ਧਾਰਨ ਕਰਕੇ ਚਲੇ ਗਏ ਇੱਥੋਂ। ਹਾਂਜੀ। ਨਹਿ ਘਨ ਬਰਖੇ ਕਿਨਹੋ ਨਿਹਾਰੇ। ਗੱਜ ਕੇ ਆਖੋ ਵਾਹਿਗੁਰੂ। ਪਰ ਇੱਕ ਕੰਮ ਹੋਰ ਹੋਇਆ ਨਾ ਜੀ, ਮਹਾਰਾਜ ਤੇ ਚਲੇ ਗਏ ਤੇ ਮੀਂਹ ਤੇ ਫਿਰ ਵੀ ਨਾ ਪਿਆ ਜੀ। ਉਹ ਬਾਬਾ ਜੀ ਨੂੰ ਕਹਿਣ ਲੱਗਾ ਬਾਬਾ ਜੀ ਉਸ ਦੁਸ਼ਟ ਨੇ ਗੁਰੂ ਸਾਹਿਬ ਨੂੰ ਤੇ ਭੇਜਤਾ ਪਰ ਮੀਂਹ ਤੇ ਫਿਰ ਵੀ ਨਹੀਂ ਪਿਆ। ਹਾਂਜੀ। ਕਰੀ ਅਵਗਿਆ ਸਤਿਗੁਰ ਕੇਰੀ। ਇਸ ਤਰੀਕੇ ਨਾਲ ਬਾਬਾ ਜੀ ਗੁਰੂ ਸਾਹਿਬ ਦੀ ਬੜੀ ਅਵਗਿਆ ਹੋਈ ਹੈ। ਹਾਂਜੀ। ਤਪਹਿ ਤਪਾ ਮਤ ਸਰ ਤੇ ਹੇਰੀ। ਪਰ ਇਹ ਸਾਰਾ ਕੁਝ ਈਰਖਾ ਚ ਸੜਦੇ ਤਪੇ ਨੇ ਕੀਤਾ ਜੇ। ਹਾਂਜੀ। ਭਇਓ ਅਬਹਿ ਅਪਰਾਧੀ ਇਹੋ। ਹੁਣ ਇਹ ਅਪਰਾਧੀ ਹੈ, ਤਪਾ ਅਪਰਾਧੀ ਹੈ। ਹਾਂਜੀ। ਉਚਿਤ ਦੰਡ ਕੇ 100 ਲੱਖ ਲੇਹੂ। ਉਹ ਦੰਡ ਦੇ ਉਚਿਤ ਹੈ, ਦੰਡ ਦੇ ਉਚਿਤ ਹੈ, ਉਹਨੂੰ ਸਜ਼ਾ ਮਿਲਣੀ ਚਾਹੀਦੀ ਬਾਬਾ ਜੀ। ਹਾਂਜੀ। ਮਨ ਬਚ ਕਰਮ ਤੇ ਕਬ ਅਪਕਾਰਾ। ਹਾਂਜੀ ਪੜ੍ਹ ਨਹਿ ਕੀਨਸ ਤਦ ਅਪ ਦੁਰਚਾਰਾ। ਉਹਨੇ ਮਹਾਰਾਜ ਦੀ ਸਿਫਤ ਸੁਣਾਈ ਸ਼੍ਰੀ। ਕਹਿਣ ਲੱਗੇ ਮਹਾਰਾਜ ਬਾਬਾ ਜੀ ਉਹਨਾਂ ਤੇ ਬੁਰਾ ਕੀਤਾ ਪਰ ਗੁਰੂ ਸਾਹਿਬ ਨੇ ਨਹੀਂ ਮਾੜਾ ਬੋਲਿਆ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਸ਼੍ਰੀ ਗੁਰ ਅਮਰ ਸੁਨਤ ਦੁਖ ਪਾਇਓ। ਹੁਣ ਤੁਸੀਂ ਖੁਦ ਅੰਦਾਜ਼ਾ ਲਾਓ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਨੇ ਸੁਣਿਆ ਹੋਏਗਾ ਉਹਨਾਂ ਦੇ ਮਨ ਤੇ ਕੀ ਬਤੀਤ ਹੋਈ ਹੋਏਗੀ। ਐਡੀ ਵੱਡੀ ਤਾਕਤ ਦੇ ਮਾਲਕ ਇੱਕ ਮੀਂਹ ਕਰਕੇ ਜਾਣਾ ਪੈ ਗਿਆ, ਤਪੇ ਦੀ ਈਰਖਾ ਕਰਕੇ ਜਾਣਾ ਪੈ ਗਿਆ। ਬੜਾ ਦੁੱਖ ਹੋਇਆ ਜੀ। ਹਾਂਜੀ। ਦੇਖੋ ਕਿਆ ਇਨ ਦਵੈਸ਼ ਕਮਾਇਓ। ਕਹਿੰਦੇ ਵੇਖੋ ਇਹਨਾਂ ਦੁਸ਼ਟਾਂ ਨੇ ਕੀ ਕੀਤਾ ਮਹਾਰਾਜ ਨਾਲ। ਹਾਂਜੀ। ਸਰਲ ਸਮਾਨ ਚਿਤ ਗੁਰ ਪੂਰੇ। ਮਹਾਰਾਜ ਤੇ ਸਦਾ ਸਰਲ ਨੇ, ਉਹਨਾਂ ਦੇ ਮਨ ਚ ਕੁਝ ਨਹੀਂ ਹੈਗਾ। ਹਾਂਜੀ। ਰਾਹਕ ਤਪਾ ਮੰਦ ਮਤ ਕੂਰੇ। ਤੇ ਉਹ ਤਪਾ ਜਿਹੜਾ ਉਹ ਮਾੜਾ ਹੈਗਾ, ਉਹ ਈਰਖਾ ਵਾਲਾ ਹੈਗਾ। ਹਾਂਜੀ। ਲੈਨ ਦੇਨ ਤਿਨ ਕੋ ਨਹਿ ਕੋਈ। ਕਿਉਂ ਕੋ ਕਰਮ ਮਿਲ ਠਾਨਿਓ ਸੋਈ। ਤੇ ਬਾਬਾ ਅਮਰਦਾਸ ਜੀ ਕਹਿਣ ਲੱਗੇ, ਕਹਿੰਦੇ ਜਦੋਂ ਲੈਣਾ ਦੇਣਾ ਹੀ ਨਹੀਂ ਉਹਦਾ ਕੋਈ ਗੁਰੂ ਸਾਹਿਬ ਨਾਲ ਤੇ ਫਿਰ ਉਹਨੇ ਈਰਖਾ ਇੰਨੀ ਕਿਉਂ ਕੀਤੀ ਹੈ। ਹਾਂਜੀ। ਮੋਤੇ ਜਰਿਓ ਜਾਏ ਨਹਿ ਕੈਸੇ। ਗੱਜ ਕੇ ਆਖੋ ਵਾਹਿਗੁਰੂ। ਤੇ ਫਿਰ ਜਰਿਆ ਥੋੜੀ ਜਾਂਦਾ ਸੀਗਾ ਜੀ, ਕਿਸੇ ਸਿੱਖ ਕੋਲੋਂ ਵੀ ਨਹੀਂ ਜਰਿਆ ਜਾਣਾ। ਉਹ ਤੇ ਜਿਹੜੇ ਚੁੱਪ ਕਰਕੇ ਚਲੇ ਗਏ ਉਹ ਮਹਾਰਾਜ ਦੇ ਨਾਲ ਸਨ ਤੇ ਤੁਰ ਪਏ। ਪਰ ਬਾਬਾ ਅਮਰਦਾਸ ਜੀ ਕਹਿਣ ਲੱਗੇ ਆਪਣੇ ਗੁਰੂ ਦੀ ਬੇਅਦਬੀ ਮੈਂ ਨਹੀਂ ਜਰ ਸਕਦਾ, ਸਿੱਖ ਨਹੀਂ ਜਰ ਸਕਦਾ। ਹਾਂਜੀ। ਜਾਵਦ ਫਲ ਮੈਂ ਦਊ ਨਾ ਤੈਸੇ। ਜਾਵਦ ਫਲ ਮੈਂ ਦਿਓ ਨਾ ਤੈਸੇ। ਕਹਿੰਦੇ ਮੈਂ ਹੁਣੇ ਜਾਣਾ ਤੇ ਜਾ ਕੇ ਉਹਨੂੰ ਫਲ ਦੇਣਾ ਤਪੇ ਨੂੰ ਉਹਦਾ। ਹਾਂਜੀ। ਇਮ ਕਹਿ ਗਏ ਪੰਚਾਇਤ ਪਾਸ। ਬਜ਼ੁਰਗ ਸਰੀਰ ਉਂਝ ਬਾਬਾ ਅਮਰਦਾਸ ਜੀ ਨੂੰ ਵੀਰ ਰਸ ਨਹੀਂ ਆਇਆ। ਲੋਕਾਂ ਉਹਨਾਂ ਬਾਰੇ ਬੜਾ ਪੂਰਾ ਭਲਾ ਬੋਲਿਆ, ਉਦੋਂ ਨਹੀਂ ਗੁੱਸਾ ਆਇਆ ਜਦੋਂ ਕੋਈ ਗੁਰੂ ਸਾਹਿਬ ਦੇ ਬਾਰੇ ਬੋਲਿਆ ਤੇ ਉਦੋਂ ਵੀਰ ਰਸ ਆ ਗਿਆ ਜੀ। ਸਿੱਖਾ ਤੈਨੂੰ ਕੋਈ ਜੋ ਮਰਜ਼ੀ ਕਹਿ ਦੇ ਕੋਈ ਗੱਲ ਨਹੀਂ, ਪਰ ਜਦੋਂ ਕੋਈ ਗੁਰੂ ਸਾਹਿਬ ਉੱਤੇ ਬੋਲੇ ਨਾ ਫਿਰ ਸਿੱਖ ਨੂੰ ਬਰਦਾਸ਼ਤ ਨਹੀਂ ਕਰਨਾ ਚਾਹੀਦਾ। ਕੋਈ ਇੱਕ ਰੱਬ ਦੇ ਪਿਆਰੇ ਉਹਨਾਂ ਦੇ ਬੈਠਣ ਦੀ ਪ੍ਰੋਬਲਮ ਹੈ ਤੇ ਉਹ ਸੰਗਤਾਂ ਨੂੰ ਕਹਿੰਦੇ ਆ ਵੀ ਗੁਰੂ ਸਾਹਿਬ ਸਾਰੇ ਦੁੱਖ ਕੱਟਦੇ ਆ। ਤੇ ਕਿਸੇ ਨੇ ਟੌਂਚ ਕੀਤੀ, ਕਹਿੰਦਾ ਭਾਈ ਸਾਹਿਬ ਜੇ ਗੁਰੂ ਸਾਹਿਬ ਸਾਰੇ ਦੁੱਖ ਕੱਟਦੇ ਤੇ ਤੁਹਾਡੀ ਸਮੱਸਿਆ ਕਿਉਂ ਨਹੀਂ ਹੱਲ ਕੀਤੀ, ਤੁਹਾਡਾ ਦੁੱਖ ਕਿਉਂ ਨਹੀਂ ਦੂਰ ਕੀਤਾ। ਤੇ ਪਤਾ ਉਹਨਾਂ ਦਾ ਜਵਾਬ ਕੀ ਸੀ? ਜਵਾਬ ਬੜਾ ਸੋਹਣਾ। ਕਹਿਣ ਲੱਗੇ ਪਿਆਰਿਆ ਅਜੇ ਮੈਂ ਇਸ ਕਾਬਲ ਨਹੀਂ ਬਣਿਆ, ਜਦੋਂ ਮੈਂ ਉਸ ਕਾਬਲ ਬਣ ਜਾਗਾ ਨਾ ਗੁਰੂ ਮੇਰੇ ਵੀ ਦੁੱਖ ਦੂਰ ਕਰ ਦੂੰ। ਤੇ ਬਾਅਦ ਵਿੱਚ ਉਹਨਾਂ ਇਹ ਗੱਲ ਕਹੀ,
ਉਹ ਕਹਿੰਦੇ ਕਦੀ ਸਿੱਖ ਗੁਰੂ ਤੇ ਉਂਗਲ ਨਾ ਹੋਣ ਦਵੇ। ਇੱਥੇ ਸਿੱਖ ਆਪ ਹੀ ਕਹਿੰਦਾ ਜੀ ਮੈਂ ਇੰਨੇ ਦਿਨ ਗੁਰਦੁਆਰੇ ਗਿਆ, ਮੇਰਾ ਬਣਿਆ ਹੀ ਕੱਖ ਨਹੀਂ, ਗੁਰੂ ਨੇ ਬਣਾਇਆ ਹੀ ਕੁਛ ਨਹੀਂ। ਇਹ ਮੂਰਖਤਾ ਹੀ ਹੈ। ਆਪਣੇ ਤੇ ਗੱਲ ਹੋਵੇ ਜਰਜੋ, ਪਰ ਜਦੋਂ ਗੁਰੂ ਸਾਹਿਬ ਦੀ ਗੱਲ ਆਉਂਦੀ ਫਿਰ ਸਿੱਖ ਕੋਲੋਂ ਜਰਿਆ ਨਹੀਂ ਚ ਜਾਂਦਾ। ਬਜ਼ੁਰਗ ਸਰੀਰ ਹੈ ਬਾਬਾ ਅਮਰਦਾਸ ਜੀ ਦਾ, ਉਸੇ ਵੇਲੇ ਪੰਚਾਇਤ ਵਿੱਚ ਗਏ ਜੀ। ਹਾਂਜੀ, ਬੈਠੇ ਧਾਰਿਓ ਬਰਖਾ ਆਸ। ਤੇ ਉੱਥੇ ਲੋਕ ਬੈਠੇ ਸਨ ਇਕੱਠੇ ਹੋ ਕੇ ਵੀ ਮਹਾਰਾਜ ਚਲੇ ਗਏ, ਹੁਣ ਮੀਂਹ ਪਏਗਾ। ਹਾਂਜੀ, ਓ ਰਾਹਕ ਗਨ ਕਾਜ ਤੁਮਾਰੇ। ਤੇ ਜਾ ਕੇ ਨਾ ਬਾਬਾ ਅਮਰਦਾਸ ਜੀ ਫਿਰ ਉੱਚੀ ਦਿੱਤੇ ਕਹਿਣ ਲੱਗੇ, ਕਹਿੰਦੇ ਉਹ ਕਿਸਾਨੋ, ਮਹਾਰਾਜ ਚਲੇ ਗਏ, ਹੁਣ ਮੀਂਹ ਕਿਉਂ ਨਹੀਂ ਪਿਆ। ਹਾਂਜੀ, ਪਸੋ ਕਿਦੋਂ ਨਹਿ ਗੁਰੂ ਨਿਕਾਰੇ। ਦੱਸੋ ਕਿਹੜਾ ਕੰਮ ਪੂਰਾ ਹੋਇਆ ਮਹਾਰਾਜ ਨੂੰ ਭੇਜ ਕੇ ਪਵਾ ਲਿਆ ਮੀਂਹ। ਹਾਂਜੀ, ਜੋ ਇੱਛਾ ਮਨ ਮੈਂ ਤੁਮ ਠਾਨੀ, ਭਇਓ ਕੇ ਨਹਿ ਖੇਤੋ ਮਹਿ ਪਾਨੀ। ਦੱਸੋ ਜਿਹੜੀ ਇੱਛਾ ਮਨ ਵਿੱਚ ਧਾਰਨ ਕੀਤੀ ਸੀ ਗੁਰੂ ਸਾਹਿਬ ਨੂੰ ਭੇਜੋਗੇ ਤੇ ਮੀਂਹ ਪਏਗਾ, ਪਵਾ ਲਿਆ ਜੇ ਮੀਂਹ ਕਹਿਣ ਲੱਗੇ। ਵੀਰ ਰਸ ਝਾਖਿਆ। ਮੈਂ ਫਿਰ ਬੇਨਤੀ ਕਰਨ ਲੱਗਾ, ਉਂਝ ਨਹੀਂ ਮਹਾਰਾਜ ਨੂੰ ਵੀਰ ਰਸ ਆਉਂਦਾ, ਜਦੋਂ ਗੁਰੂ ਸਾਹਿਬ ਬਾਰੇ ਗੱਲ ਆਖੀ ਫਿਰ ਆ ਗਿਆ ਜੀ। ਹਾਂਜੀ, ਸੁਨ ਕ੍ਰਿਖ ਕਾਰਨ ਐਸੇ ਬੈਨ, ਕਹਿਤ ਭਏ ਕੋ ਬਰਖਾ ਹੈ ਨਾ। ਤੇ ਕੁਝ ਕਿਸਾਨ ਵਿੱਚੋਂ ਕਹਿਣ ਲੱਗੇ ਬਾਬਾ ਅਮਰਦਾਸ ਜੀ ਨੂੰ, ਤੁਸੀਂ ਠੀਕ ਕਹਿੰਦੇ ਹੋ, ਮੀਂਹ ਤੇ ਕੋਈ ਵੀ ਨਹੀਂ ਪਿਆ। ਮਹਾਰਾਜ ਨੂੰ ਵੀ ਭੇਜਤਾ, ਮੀਂਹ ਵੀ ਨਹੀਂ ਪਿਆ। ਹਾਂਜੀ, ਕਹਿਓ ਤਪੇ ਕੋ ਹਮਨੇ ਕੀਨਾ। ਅਸੀਂ ਤਪੇ ਦਾ ਕਹਿਆ ਹੋਇਆ ਕੀਤਾ, ਜੋ ਤਪੇ ਨੇ ਕਿਹਾ ਸੀ ਅਸੀਂ ਉਹ ਕੀਤਾ। ਹਾਂਜੀ, ਵੈ ਕਰ ਆਤੁਰ ਨੀਰ ਬਹੀਨਾ। ਕਿਉਂ? ਕਿਉਂਕਿ ਅਸੀਂ ਪਾਣੀ ਰਹਿਤ ਸਾਂ, ਅਸੀਂ ਆਤਰ ਹੋ ਗਏ ਸਾਂ, ਸਾਨੂੰ ਪਾਣੀ ਚਾਹੀਦਾ ਸੀ, ਇਸ ਕਰਕੇ ਅਸੀਂ ਉਹਦੀ ਗੱਲ ਮੰਨੀ। ਹਾਂਜੀ, ਜੋ ਬਰਖਾ ਬਰਖਾਵਨ ਕਰੈ, ਤਿਸ ਕੋ ਕਹਿਓ ਨਾ ਹਮ ਤੇ ਫਿਰੈ। ਕਹਿਣ ਲੱਗੇ ਜੀ ਵੇਖੋ ਨਾ, ਜਿੰਨੇ ਮੀਂਹ ਪਵਾਉਣਾ ਹੋਵੇ ਅਸੀਂ ਉਹਦੀ ਗੱਲ ਕਿਵੇਂ ਫੇਰ ਸਕਦੇ ਸਾਂ। ਬਾਬਾ ਜੀ ਨੂੰ ਕਿਸਾਨਾਂ ਨੇ ਆਖਿਆ, ਗੁਰੂ ਅਮਰਦਾਸ ਜੀ ਨੂੰ। ਹਾਂਜੀ, ਜਿਸ ਅਧੀਨ ਜੀਵਨ ਸਭ ਕੇਰਾ, ਹੋਵੇ ਅਸ ਅਨ ਸੋ ਖੇਤ ਕਨੇਰਾ। ਕਿਉਂਕਿ ਉਹਦੇ ਕਰਕੇ ਤੇ ਸਾਡਾ ਜੀਵਨ ਹੈ, ਅੰਨ ਕਰਕੇ ਤੇ ਸਾਡਾ ਜੀਵਨ ਹੈ। ਹਾਂਜੀ, ਇਮ ਸ਼੍ਰੀ ਅਮਰਦਾਸ ਸੁਨ ਬੈਨ। ਤੇ ਜਦੋਂ ਮਹਾਰਾਜ ਨੇ ਇਹ ਬਚਨ ਸੁਣੇ ਨਾ, ਹਾਂਜੀ, ਕਹਿਓ ਸੋ ਸ਼ੋਭ ਕੋਪ ਰਸ ਨੈਨ। ਤੇ ਉਦੋਂ ਫਿਰ ਹੋਰ ਵੀਰ ਰਸ ਜਾਗ ਗਿਆ ਜੀ। ਤੇ ਵੀਰ ਰਸ ਵਿੱਚ ਆ ਕੇ ਕਿਹਾ, ਕਾਹੇ ਤਪੇ ਕੇ ਕਨ ਨਹਿ ਆਵਾ, ਸ਼੍ਰੀ ਗੁਰ ਗ੍ਰਾਮ ਹੈ ਤੇ ਨਿਕਸਾਵਾ। ਕਹਿਣ ਲੱਗੇ ਫਿਰ ਉਹ ਭਾਈ, ਜੇ ਮੀਂਹ ਕਰਕੇ ਗੁਰੂ ਸਾਹਿਬ ਨੂੰ ਭੇਜਿਆ ਤੇ ਫਿਰ ਦੱਸੋ ਮੀਂਹ ਆਇਆ ਕਿਉਂ ਨਹੀਂ ਹੁਣ ਤੱਕ। ਗੱਜ ਕੇ ਆਖੋ ਵਾਹਿਗੁਰੂ। ਗੁਰਮੁਖੋ, ਜਿੱਥੇ ਕਿਸੇ ਗੁਰਮੁਖ ਦੀ, ਕਿਸੇ ਮਹਾਂਪੁਰਸ਼ ਦੀ, ਸਤਿਗੁਰੂ ਦੀ ਨਿਰਾਦਰੀ ਕਰੋਗੇ, ਉੱਥੋਂ ਦੀਆਂ ਬਰਕਤਾਂ ਉੱਡ ਜਾਣਗੀਆਂ ਜੀ। ਉੱਥੇ ਬਰਕਤ ਨਹੀਂ ਚ ਰਹਿੰਦੀ। ਕਹਿਣ ਲੱਗੇ ਫਿਰ ਦੱਸੋ ਮੀਂਹ ਕਿਉਂ ਨਹੀਂ ਆਇਆ। ਹਾਂਜੀ, ਸ਼੍ਰੀ ਸਤਿਗੁਰ ਕੇ ਸੇਵਕ ਜੇਈ, ਬਰਖਾ ਦੇਨ ਸ਼ਕਤ ਧਰ ਤੇ। ਕਹਿਣ ਲੱਗੇ ਭਾਈ, ਇੱਕ ਵਾਰ ਤੁਸੀਂ ਗੁਰੂ ਅੰਗਦ ਦੇਵ ਜੀ ਨੂੰ ਬੇਨਤੀ ਕਰਦੇ। ਗੁਰੂ ਅੰਗਦ ਦੇਵ ਸਾਹਿਬ ਤੇ ਬਹੁਤ ਵੱਡੇ ਨੇ, ਜਿਹੜੇ ਉਹਨਾਂ ਦੇ ਸੇਵਕ ਨੇ, ਉਹਨਾਂ ਵਿੱਚ ਵੀ ਤਾਕਤਾਂ ਨੇ, ਮੀਂਹ ਤੇ ਉਹ ਪਵਾ ਦਿੰਦੇ ਹਨ। ਮੀਂਹ ਤੇ ਗੁਰੂ ਅੰਗਦ ਸਾਹਿਬ ਦੇ ਸੇਵਕ ਪਵਾ ਸਕਦੇ ਆ, ਸ਼ਰਧਾ ਹੈ ਨਾ। ਹਾਂਜੀ, ਕਹਿਓ ਤਿਨਹੁ ਕੋ ਮਾਨਹੁ ਨੀਕਾ। ਪਰ ਤੁਸੀਂ ਉਸ ਤਪੇ ਦੀ ਕਈ ਗੱਲ ਨੂੰ ਚੰਗਾ ਮੰਨਿਆ। ਹਾਂਜੀ, ਬਰਖਾ ਮੇਘ ਭਾਵ ਤੋ ਜੀਕਾ। ਵੀ ਮੀਂਹ ਪਏਗਾ, ਪਰ ਹੁਣ ਕਿੱਥੇ। ਹਾਂਜੀ, ਤਪੇ ਈਰਖਾ ਕਰ ਨਿਕਸਾਏ, ਸਕਤਹੀਨ ਨਹਿ ਘਨ ਬਰਖਾਏ। ਤੇ ਬਾਬਾ ਅਮਰਦਾਸ ਜੀ ਪਿੰਡ ਵਾਲਿਆਂ ਨੂੰ ਕਹਿਣ ਲੱਗੇ, ਕਹਿੰਦੇ ਗੱਲ ਸੁਣ ਲਓ, ਤਪੇ ਨੇ ਤੇ ਈਰਖਾ ਕਰਕੇ ਗੁਰੂ ਜੀ ਨੂੰ ਬਾਹਰ ਭੇਜਿਆ। ਤਪੇ ਵਿੱਚ ਇੰਨੀ ਤਾਕਤ ਨਹੀਂ ਜੇ ਉਹ ਮੀਂਹ ਪਵਾ ਸਕੇ ਜੀ। ਤਪੇ ਵਿੱਚ ਇੰਨੀ ਤਾਕਤ ਨਹੀਂ ਹੈ। ਕਹਿਣ ਲੱਗੇ ਹਾਂਜੀ, ਅਬ ਤੁਮ ਜਾਹੋ ਤਪੇ ਕੇ ਪਾਸ। ਹੁਣ ਇੱਕ ਵਾਰੀ ਜਾਓ ਸਾਰੇ ਤਪੇ ਦੇ ਕੋਲ। ਹਾਂਜੀ, ਸੁਨ ਨਰ ਗਏ ਕਰੀ ਅਰਦਾਸ। ਸੁਣ ਕੇ ਸਾਰੇ ਤਪੇ ਦੇ ਕੋਲ ਗਏ ਜੀ। ਜਾ ਕੇ ਤਪੇ ਨੂੰ ਆਖਿਆ,
ਹਾਂਜੀ। ਗੁਰ ਤਉ ਹਮਨੇ ਦੀਨ ਨਿਕਾਰੀ। ਤਪਾ ਆਪਣੀ ਗੱਦੀ ਲਾ ਕੇ ਬੈਠਾ ਸੀ, ਲੋਕ ਇਕੱਠੇ ਹੋ ਕੇ ਗਏ, ਕਹਿੰਦੇ ਤਪਾ ਜੀ ਤੁਹਾਡੇ ਕਹਿਣ ਤੇ ਅਸੀਂ ਗੁਰੂ ਸਾਹਿਬ ਨੂੰ ਬਾਹਰ ਭੇਜਤਾ। ਹਾਂਜੀ। ਤਉ ਨਾ ਬਰਖਿਓ ਬਾਰਦ ਬਾਰੀ। ਤੁਸੀਂ ਤੇ ਕਹਿੰਦੇ ਸੀ ਬੜਾ ਮੀਂਹ ਪਏਗਾ, ਪਰ ਉਰੋਂ ਦੀ ਤੇ ਬੂੰਦ ਨਹੀਂ ਪਈ ਧਰਤੀ ਤੇ। ਹਾਂਜੀ। ਤਪੇ ਕੁਛ ਘਰਿਸ ਕਰ ਮੁਖ ਭਾਖੀ। ਹਾਂਜੀ। ਮੂਠੀ ਮਹਿ ਬਰਖਾ ਨਹਿ ਰਾਖੀ। ਪਰ ਇੱਕ ਵਾਰੀ ਗੱਜ ਕੇ ਸਾਰੇ ਆਖੋ ਵਾਹਿਗੁਰੂ। ਵਾਹਿਗੁਰੂ। ਫੇਰ ਆਖੋ ਵਾਹਿਗੁਰੂ। ਪਿਆਰਿਓ, ਹੰਕਾਰੀ ਸੀ ਨਾ, ਤਪਾ ਕ੍ਰੋਧ ਚ ਆ ਕੇ ਪਿੰਡ ਵਾਲਿਆਂ ਨੂੰ ਕਹਿਣ ਲੱਗਾ, ਕਹਿੰਦਾ ਭਾਈ ਮੀਂਹ ਮੈਂ ਮੁੱਠ ਵਿੱਚ ਰੱਖਿਆ ਹੋਇਆ, ਆਪਣੇ ਮੀਂਹ ਮੈਂ ਆਪਣੇ ਹੱਥ 'ਚ ਰੱਖਿਆ, ਮੁੱਠੀ 'ਚ ਰੱਖਿਆ, ਕਹਿਣ ਲੱਗਾ। ਹਾਂਜੀ। ਮੰਤਰ ਜੰਤਰ ਕਰ ਜੁਗਤ ਬਨਾਵੋ। ਗੁੱਸੇ ਵਿੱਚ ਕਹਿੰਦਾ ਕੋਈ ਤੰਤਰ ਕਰਾਂਗਾ, ਤੰਤਰ ਮੰਤਰ ਜੰਤਰ ਵਰਤਾਂਗਾ, ਕੋਈ ਜੁਗਤੀ ਰਚਾਂਗਾ। ਹਾਂਜੀ। ਤੁਮ ਹਿਤ ਬਰਖਾ ਕੋ ਬਰਖਾਵੋ। ਫੇਰ ਹੀ ਤੁਹਾਡੇ ਵਾਸਤੇ ਮੀਂਹ ਪਵਾਵਾਂਗਾ ਨਾ। ਹਾਂਜੀ। ਸੁਨ ਨਰ ਆਏ ਕਹੀ ਤਿਮ ਬਾਤ। ਤੇ ਬਾਬਾ ਅਮਰਦਾਸ ਜੀ ਬੈਠੇ ਸੀਗੇ ਬਾਹਰ। ਸਿੱਖ ਨੇ ਥੋੜੀ ਜਾਣਾ ਸੀ ਤਪੇ ਕੋਲ, ਮਹਾਰਾਜ ਨੇ ਥੋੜੀ ਜਾਣਾ ਸੀ। ਜਾ ਕੇ ਆਏ, ਵਾਹਿਗੁਰੂ ਲੋਕ ਆਏ, ਆ ਕੇ ਤਪੇ ਦੀ ਗੱਲ ਦੱਸੀ ਜੀ ਬਾਬਾ ਅਮਰਦਾਸ ਜੀ ਨੂੰ। ਹਾਂਜੀ। ਅਬ ਤਉ ਬੋਲਤ ਕੁਛ ਕਰ ਸਾਤ। ਕਹਿਣ ਲੱਗੇ ਜੀ ਪਹਿਲਾਂ ਤੇ ਬੜਾ ਮਿੱਠਾ ਮਿੱਠਾ ਬੋਲਦਾ ਸੀ, ਹੁਣ ਕੌੜਾ ਬੋਲਦਾ ਹੈ। ਗੱਜ ਕੇ ਆਖੋ ਵਾਹਿਗੁਰੂ। ਅਸਲ ਵਿੱਚ ਇਹੋ ਜਿਹੇ ਬੰਦਿਆਂ ਦੇ ਅੰਦਰ ਨਾ ਰੱਬ ਅਸ਼ਾਂਤੀ ਪੈਦਾ ਕਰ ਦਿੰਦਾ। ਉਹਨਾਂ ਦੇ ਮੂੰਹੋਂ ਗੱਲਾਂ ਹੀ ਉਹੋ ਜਿਹੀਆਂ ਨਿਕਲਦੀਆਂ ਜਿਹੜੀਆਂ ਉਹਨਾਂ ਦੀਆਂ ਮੌਤ ਦਾ ਕਾਰਨ ਬਣਦੀਆਂ ਜੀ। ਹਾਂਜੀ। ਤਬ ਸ਼੍ਰੀ ਅਮਰ ਕਹਿਓ ਬਿਨ ਦੇਰ। ਬਸ ਫਿਰ ਕੀ ਸੀ, ਜਦੋਂ ਬਾਬਾ ਅਮਰਦਾਸ ਭਾਵ ਗੁਰੂ ਅਮਰਦਾਸ ਸਾਹਿਬ ਨੇ ਸੁਣਿਆ, ਤਪਾ ਕਹਿੰਦਾ ਜੁਗਤੀ ਰਚਾਂਗਾ ਫਿਰ ਮੀਂਹ ਪਏਗਾ। ਹਾਂਜੀ। ਹਮ ਬਰਖਾ ਬਰਖਾਏ ਬਡੇਰ। ਤੇ ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਤੇ ਫਿਰ ਬਾਬਾ ਅਮਰਦਾਸ ਜੀ ਕਹਿਣ ਲੱਗੇ ਮੀਂਹ ਦੀ ਗੱਲ ਹੈ, ਦੱਸੋ ਕਿੰਨਾ ਮੀਂਹ ਪਵਾਵਾਂ। ਕਹਿਣ ਲੱਗੇ ਹੁਣੇ ਮੀਂਹ ਪਵਾ ਦਿੰਨੇ ਆ, ਕਹਿਣ ਲੱਗੇ। ਹਾਂਜੀ। ਨਹਿ ਐਸੇ ਗੁਰ ਕੇ ਸਿੱਖ ਜਾਨੋ। ਪਿੰਡ ਵਾਲਿਆਂ ਨੂੰ ਕਹਿਣ ਲੱਗੇ, ਪਿੰਡ ਵਾਲਿਓ ਗੁਰੂ ਦੇ ਸਿੱਖਾਂ ਨੂੰ ਐਵੇਂ ਨਾ ਸਮਝਿਓ ਕਿਤੇ। ਗੱਜ ਕੇ ਆਖੋ ਵਾਹਿਗੁਰੂ। ਸੱਚੀ ਗੱਲ 'ਚ ਪਿਆਰਿਓ, ਇੱਥੇ ਕੋਈ ਨਹੀਂ ਪਤਾ ਕੁੜਤੀ ਪਾ ਕੇ ਜਿਹੜਾ ਬੈਠਾ ਉਹ ਆਪਣੇ ਵਿੱਚ ਕਿੰਨੀ ਵੱਡੀ ਤਾਕਤ ਸਮੋਈ ਬੈਠਾ ਹੋਏਗਾ ਜੀ। ਇੱਥੇ ਕੋਈ ਨਹੀਂ 'ਚ ਪਤਾ ਕਿਹੜੇ ਸਿੱਖ ਵਿੱਚ ਕਿੰਨੀ ਤਾਕਤ ਹੈ। ਹਾਂਜੀ। ਬਰਖਾ ਕਰਹਿ ਕਹਿਓ ਤਿਨ ਮਾਨੋ। ਕਹਿਣ ਲੱਗੇ ਬਰਖਾ ਹੋ ਜਾਏਗੀ, ਬਰਖਾ ਕਰਹਿ ਕਹਿਓ ਤਿਨ ਮਾਨੋ, ਬਾਰਿਸ਼ ਪਵਾਵਾਂਗਾ ਪਰ ਤੁਸੀਂ ਮੇਰੀ ਕਹੀ ਹੋਈ ਗੱਲ ਮੰਨੋ। ਹਾਂਜੀ। ਸੁਨ ਰਾਹਕ ਲਾਲਚ ਕਰ ਪਾਨੀ। ਹੁਣ ਉਹ ਤੁਸੀਂ ਹਿਸਾਬ ਲਾਓ, ਉਹ ਕਿਸਾਨ ਜੇ ਪਾਣੀ ਕਰਕੇ ਗੁਰੂ ਅੰਗਦ ਦੇਵ ਜੀ ਨੂੰ ਕਹਿ ਸਕਦੇ ਬਾਹਰ ਜਾਓ, ਇਹਦਾ ਮਤਲਬ ਉਹ ਕੁਝ ਵੀ ਕਰ ਸਕਦੇ ਸਨ ਜੀ। ਉਹ ਲਾਲਚ ਵਿੱਚ ਆਏ, ਲਾਲਚ ਵਿੱਚ ਆ ਕੇ ਇਸ ਤਰ੍ਹਾਂ ਕਰਨ ਲੱਗੇ। ਬਿਰਥੀ ਬਾਤ ਤਪੇ ਕੀ ਠਾਨੀ। ਕਹਿਣ ਲੱਗੇ ਗੱਲ ਤੇ ਠੀਕ ਹੈ, ਤਪੇ ਨੇ ਤੇ ਝੂਠ ਬੋਲਿਆ ਸਾਡੇ ਨਾਲ। ਹਾਂਜੀ। ਹਮ ਤੋ ਹੈ ਤਿਸ ਕੇ ਅਨੁਸਾਰੀ। ਹਾਂਜੀ। ਜੋ ਜਲ ਦੇਹ ਕੇ ਦਾਰ ਮਝਾਰੀ। ਪਿੰਡ ਵਾਲਿਆਂ ਨੇ ਦਾ ਬਦਲ ਲਿਆ, ਹੱਥ ਜੋੜ ਕੇ ਕਹਿਣ ਲੱਗੇ ਜੀ ਸਾਨੂੰ ਤੇ ਮੀਂਹ ਚਾਹੀਦਾ, ਜਿਹੜਾ ਪਵਾਏਗਾ ਅਸੀਂ ਉਹਦੇ ਹੋ ਜਾਵਾਂਗੇ। ਗੱਜ ਕੇ ਆਖੋ ਵਾਹਿਗੁਰੂ। ਮਾਫ ਕਰਿਓ, ਇਹ ਸੰਸਾਰੀ ਬਿਰਤੀ 'ਚ ਇਹ ਗੁਰਮੁਖ ਬਿਰਤੀ ਨਹੀਂ ਹੈਗੀ। ਸੰਸਾਰੀ ਬਿਰਤੀ ਕੀ ਹੈ? ਸਾਡਾ ਤੇ ਕੰਮ ਹੋਣਾ ਚਾਹੀਦਾ ਹੈ ਜੀ, ਜਿਹਦੇ ਰਾਹੀਂ ਹੋ ਗਿਆ ਦੀ ਅਸੀਂ ਉਹਦੇ ਬਣ ਜਾਾਂਗੇ। ਪਰ ਗੁਰਮੁਖ ਆਪਣੇ ਸਤਿਗੁਰੂ ਨੂੰ ਨਹੀਂ ਛੱਡਦਾ ਜੀ। ਹਾਂਜੀ। ਹਿਤ ਜਲ ਕੇ ਤਿਸ ਕੋ ਬਚ ਮਾਨਾ। ਹਾਂਜੀ। ਅਪਰ ਜੋ ਦੇ ਬਰਖਾਏ ਮਹਾਨਾ। ਕਹਿਣ ਲੱਗੇ ਜੀ ਜਿਹੜਾ ਸਾਡੇ ਵਾਸਤੇ ਮੀਂਹ ਪਵਾਏਗਾ ਉਹ ਜੋ ਕਹੇਗਾ ਅਸੀਂ ਮੰਨਾਂਗੇ। ਹਾਂਜੀ। ਕਹੈ ਸੋ ਹਮ ਮਨ ਹੈ ਸਭ ਗ੍ਰਾਮ। ਜੋ ਜੀਵਨ ਕੋ ਦੇ ਅਬਿਰਾਮ। ਉਹਨੇ ਸਾਨੂੰ ਜੀਵਨ ਦੇਣਾ, ਮੀਂਹ ਕਾਹਦਾ ਪਵਾਉਣਾ ਹੈ? ਗੱਜ ਕੇ ਆਖੋ ਵਾਹਿਗੁਰੂ। ਮੀਂਹ ਕਾਹਦਾ ਪਵਾਉਣਾ ਹੈ? ਉਹਨੇ ਸਾਨੂੰ ਜੀਵਨ ਦੇਣਾ ਹੈ। ਕਹਿਣ ਲੱਗੇ ਤੁਸੀਂ ਮੀਂਹ ਪਵਾਓ, ਅਸੀਂ ਤੁਹਾਡੇ ਗੁਲਾਮ ਹੋ ਜਾਵਾਂਗੇ। ਹਾਂਜੀ। ਇਮ ਨਿਸ਼ਚੈ ਸਭ ਕੋ ਕਰਵਾਏ। ਇਹ ਜਦੋਂ ਸਾਰਿਆਂ ਨੇ ਕਹਿ ਦਿੱਤਾ ਨਾ ਬਾਬਾ ਅਮਰਦਾਸ ਜੀ ਨੂੰ ਵੀ ਤੁਸੀਂ ਮੀਂਹ ਪਵਾਓ,
ਜੋ ਤੁਸੀਂ ਕਹੋਗੇ ਉਹ ਅਸੀਂ ਕਰਾਂਗੇ। ਹਾਂਜੀ, ਕਹਿ ਸ਼੍ਰੀ ਅਮਰ ਸੁਨੋ ਸਮੁਦਾਏ। ਗੱਜ ਕੇ ਆਖੋ ਵਾਹਿਗੁਰੂ। ਤੇ ਫਿਰ ਬਾਬਾ ਅਮਰਦਾਸ ਜੀ ਅੱਗੋਂ ਕਹਿਣ ਲੱਗੇ। ਹਾਂਜੀ, ਦਿਵਸ ਰਹਿਓ ਥੋਰੋ ਰਵ ਜਾਏ। ਕਹਿੰਦੇ ਫਿਰ ਸੁਣੋ, ਥੋੜੇ ਚਿਰ ਨੂੰ ਰਾਤ ਪੈ ਜਾਣੀ ਹੈ, ਸੂਰਜ ਡੁੱਬ ਜਾਣਾ ਹੈ। ਹਾਂਜੀ, ਜਾਂ ਤੇ ਤੂਰਨ ਕਰੋ ਉਪਾਏ। ਇਸ ਲਈ ਜੋ ਮੈਂ ਕਹਿ ਰਿਹਾ ਨਾ ਉਹ ਛੇਤੀ ਕਰੋ ਤੁਸੀਂ। ਹਾਂਜੀ, ਰਵ ਅਸਤਨ ਕੇ ਪੂਰਬ ਕਾਲ। ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ। ਹਾਂਜੀ, ਜਹ ਜਹ ਤਪਾ ਜਾਏ ਦਰ ਹਾਲ। ਜਿੱਥੇ ਜਿੱਥੇ ਤਪੇ ਨੂੰ ਲੈ ਜਾਓਗੇ ਉੱਥੇ ਉੱਥੇ ਮੀਂਹ ਪੈ ਜਾਏਗਾ ਜੀ। ਗੱਜ ਕੇ ਆਖੋ ਵਾਹਿਗੁਰੂ। ਹੁਣ ਅਜੇ ਗੁਰੂ ਅਮਰਦਾਸ ਸਾਹਿਬ ਗੁਰਤਾ ਗੱਦੀ ਦੇ ਪਦ ਤੇ ਨਹੀਂ ਬੈਠੇ, ਅਜੇ ਸਿੱਖ ਨੇ। ਸਿੱਖ ਵਿੱਚ ਪਿਆਰਿਓ ਇੰਨੀ ਵੱਡੀ ਤਾਕਤ ਆ ਸਕਦੀ ਤੇ ਗੁਰੂ ਸਾਹਿਬ ਕੀ ਨਹੀਂ ਕਰ ਸਕਦੇ ਜੀ। ਕਹਿਣ ਲੱਗੇ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਜਿੱਥੇ ਤਪੇ ਨੂੰ ਲੈ ਜਾਵੋਗੇ। ਹਾਂਜੀ, ਤਹ ਤਹ ਘਨ ਜਲ ਕੋ ਬਰਖਾਵੇ। ਬਸ ਉੱਥੇ ਉੱਥੇ ਮੀਂਹ ਪੈ ਜਾਏਗਾ। ਹਾਂਜੀ, ਪਰ ਹੈ ਖੇਤ ਬਹੁ ਅੰਨ ਪਕਾਵੇ। ਬਸ ਜਿੱਥੇ ਤਪਾ ਗਿਆ ਉਥੋਂ ਦੀਆਂ ਫਸਲਾਂ ਚੜ੍ਹਦੀ ਕਲਾ ਵਿੱਚ ਹੋ ਜਾਣਗੀਆਂ, ਫਸਲਾਂ ਪੱਕ ਜਾਣਗੀਆਂ। ਹਾਂਜੀ, ਬਹੁ ਕੇਦਾਰ ਹੈ ਦਿਨ ਰਹਿ ਥੋਰਾ। ਤੇ ਨਾਲ ਹੀ ਇੱਕ ਗੱਲ ਕਹੀ, ਕਹਿੰਦੇ ਦਿਨ ਥੋੜਾ ਤੇ ਖੇਤ ਬੜੇ ਜ਼ਿਆਦੇ। ਹੁਣੇ ਸੂਰਜ ਡੁੱਬ ਜਾਣਾ, ਕਿਹੜੇ ਕਿਹੜੇ ਖੇਤ 'ਚ ਤਪਾ ਜਾਏਗਾ। ਹਾਂਜੀ, ਲੈ ਗਮਨ ਹੋ ਨਿਜ ਨਿਜ ਦਿਸ ਓਰਾ। ਜਾਓ ਭਾਈ ਛੇਤੀ ਛੇਤੀ ਕਰੋ, ਉਹਨੂੰ ਲੈ ਜਾਓ ਆਪਣੇ ਆਪਣੇ ਖੇਤਾਂ 'ਚ। ਹਾਂਜੀ, ਅੰਗ ਪ੍ਰਤਿਅੰਗ ਜਹਾਂ ਲੱਗ ਜਾਏ। ਹਾਂਜੀ, ਤਹ ਲਗ ਧਾਏ ਮੇਘ ਬਰਖਾਏ। ਇੱਥੋਂ ਤੱਕ ਬਾਬਾ ਅਮਰਦਾਸ ਜੀ ਨੇ ਬਚਨ ਕਰ ਦਿੱਤਾ। ਕਹਿੰਦੇ ਭਾਈ ਜਿੱਥੇ ਤਪਾ ਨਾ ਜਾ ਸਕੇ ਉਹਦਾ ਅੰਗ ਲੈ ਜਿਓ, ਜਿੱਥੇ ਉਹਦਾ ਅੰਗ ਵੀ ਜਾਏਗਾ ਉੱਥੇ ਵੀ ਮੀਂਹ ਪੈ ਜਾਏਗਾ ਜੀ। ਤੁਸੀਂ ਵੇਖੋ ਗੁਰੂ ਸਾਹਿਬ ਦੇ ਬਚਨ ਦੀ ਤਾਕਤ, ਸੇਵਾ ਸਿਮਰਨ ਦੀ ਤਾਕਤ। ਹਾਂਜੀ, ਨਿਕਸਹਿ ਜਬ ਹੈ ਤਪਾ ਨਿਜ ਡੇਰੇ। ਹਾਂਜੀ, ਤਉ ਕੰਨ ਹੋਏ ਪਤਾ ਲਿਹੋ ਹੇਰੇ। ਕਹਿੰਦੇ ਜੇ ਮੇਰੀ ਗੱਲ ਨੂੰ ਪਰਖਣਾ ਹੈ ਨਾ ਤੇ ਪਰਖ ਵੀ ਲਿਓ। ਕਹਿੰਦੇ ਜੀ ਕਿਵੇਂ? ਕਹਿੰਦੇ ਜਾਓ ਤਪੇ ਨੂੰ ਉਹਦੇ ਡੇਰੇ ਵਿੱਚੋਂ ਬਾਹਰ ਕੱਢੋ। ਜਦੋਂ ਤਪਾ ਡੇਰੇ ਵਿੱਚੋਂ ਬਾਹਰ ਨਿਕਲੇਗਾ ਉਦੋਂ ਬੱਦਲ ਆ ਜਾਣਗੇ। ਕਹਿਣ ਲੱਗੇ ਉਦੋਂ ਬੱਦਲ ਆ ਜਾਣਗੇ। ਹਾਂਜੀ, ਪਹੁੰਚੇ ਜਬ ਕੇਦਾਰ ਮਹਿ ਜਾਏ। ਤੇ ਜਦੋਂ ਤਪਾ ਖੇਤ 'ਚ ਪਹੁੰਚੇਗਾ, ਖੇਤਾਂ 'ਚ ਆਏਗਾ। ਹਾਂਜੀ, ਤਬ ਦੇਖੋ ਕੰਨ ਜਲ ਬਰਖਾਏ। ਫਿਰ ਤੁਹਾਨੂੰ ਯਕੀਨ ਆਉਣਾ ਉਦੋਂ ਬੱਦਲ ਵਰਸਣ ਲੱਗ ਪੈਣਗੇ। ਗੱਜ ਕੇ ਆਖੋ ਵਾਹਿਗੁਰੂ। ਬਰਸ ਸਰਸ ਆਗਿਆ। ਬਦਲਾਂ ਨੇ ਤੇ ਉਦੋਂ ਬਰਸਣਾ ਜਦੋਂ ਆਗਿਆ ਹੋ ਗਈ ਜੀ। ਤਾਂ ਪਿੱਛੋਂ ਆਗਿਆ ਹੀ ਸੀ ਹੁਣ ਬਚਨ ਦੀ। ਹਾਂਜੀ, ਏਮ ਸੁਨ ਸਭ ਕੇ ਜਾਗਿਓ ਚਾਓ। ਉਹਨਾਂ ਨੂੰ ਕੀ ਸੀਗਾ? ਉਹਨਾਂ ਅੰਦਰ ਚਾਅ ਪੈਦਾ ਹੋ ਗਿਆ, ਕਿਸਾਨਾਂ ਅੰਦਰ। ਹਾਂਜੀ, ਕਹਿਤ ਭਏ ਲਿਹੋ ਇਹ ਪਤਿਆਓ। ਕਹਿੰਦੇ ਇਹ ਵੀ ਪਰਖ ਕੇ ਵੇਖ ਲੈਨੇ ਆ, ਪਤਿਆਵਾ ਕਰ ਲੈਨੇ ਆ। ਹਾਂਜੀ, ਗਮਨੇ ਰਾਹਕ ਸਭ ਮਿਲ ਤਹਾਂ। ਸਾਰੇ ਕਿਸਾਨ ਇਕੱਠੇ। ਅੱਗੇ ਤੇ ਇਕੱਲੇ ਖਹਿਰੇ ਸਨ ਨਾ, ਹੁਣ ਹੋਰ ਗੋਤ ਦੇ ਕਿਸਾਨ ਵੀ ਇਕੱਠੇ ਹੋ ਗਏ। ਸਾਰੇ ਕਿਸਾਨ ਇਕੱਠੇ ਹੋਏ ਤਪੇ ਦੇ ਡੇਰੇ ਵਿੱਚ ਚਲੇ ਗਏ। ਹਾਂਜੀ, ਸਥਿਤ ਤਪਾ ਗਾਦੀ ਪਰ ਜਹਾਂ। ਉੱਥੇ ਜਾਂਦਿਆਂ ਨੂੰ ਤਪਾ ਆਪਣੀ ਗੱਦੀ ਉੱਤੇ ਬੈਠਾ ਸੀ। ਹਾਂਜੀ, ਗਰਭ ਹਰਖ ਮਹਿ ਫੂਲਿਓ ਬੈਸਾ। ਬੜੇ ਘਮੰਡ ਵਿੱਚ ਤੇ ਖੁਸ਼ੀ ਵਿੱਚ ਬੈਠਾ ਹੋਇਆ ਸੀ ਵੀ ਮਹਾਰਾਜ ਨੂੰ ਭੇਜਤਾ, ਪਰ ਅਜੇ ਤੇ ਇੱਕ ਦਿਨ ਨਹੀਂ ਸੀ ਹੋਇਆ ਭੇਜਿਆਂ ਨੂੰ। ਹਾਂਜੀ, ਤੇਜ ਤਰੇ ਮੈਂ ਉਫ ਨਸਿਓ ਜੈਸਾ। ਤੇ ਸਾਧ ਸੰਗਤ ਜੀ ਬੜੇ ਚਾਅ 'ਚ ਬੈਠਾ ਸੀਗਾ, ਪਰ ਜਿਵੇਂ ਅੱਗ ਬਲ ਰਹੀ ਹੋਵੇ ਤੇ ਅਚਾਨਕ ਹੀ ਦੁੱਧ ਉਬਲ ਕੇ ਅੱਗ ਤੇ ਜਦੋਂ ਪੈ ਜਾਂਦਾ ਤਾਂ ਅੱਗ ਬੁਝ ਜਾਂਦੀ ਹੈ। ਇਹਦੀ ਖੁਸ਼ੀ ਤੇ ਬੜੀ ਸੀ, ਪਰ ਸਮਝੋ ਹੁਣ ਦੁੱਧ ਹੀ ਉਬਲਣਾ ਹੈ। ਹਾਂਜੀ, ਕ੍ਰਿਖ ਕਰ ਬ੍ਰਿੰਦ ਜਾਏ ਕਰ ਕਹਿਓ। ਉਹ ਸਾਰੇ ਕਿਸਾਨ ਇਕੱਠੇ ਹੋ ਕੇ ਜਾ ਕੇ ਤਪੇ ਨੂੰ ਕਹਿਣ ਲੱਗੇ, ਸੁਨੋ ਤਪਾ ਜੀ ਨਹਿ ਘਨ ਲਹਿਓ। ਕਹਿੰਦੇ ਤਪਾ ਜੀ ਮੀਂਹ ਨਹੀਂ ਪਿਆ ਅਜੇ ਤੱਕ, ਮੀਂਹ ਕਿੱਥੇ ਰੋਕ ਕੇ ਬੈਠੇ ਹੋ। ਹਾਂਜੀ, ਅਬਹਿ ਆਪ ਕਰੁਣਾ ਕੋ ਤਾਰ। ਤੇ ਹੁਣ ਕਿਰਪਾ ਕਰੋ। ਹਾਂਜੀ, ਉਠ ਕਰ ਪਾਵੋ ਚਰਨ ਕੇਦਾਰ। ਤੇ ਆਪਣੇ ਚਰਨ ਸਾਡੇ ਖੇਤਾਂ 'ਚ ਪਾ ਦਿਓ। ਉਦੋਂ ਤਾਂ ਇੰਝ ਹੀ ਕਹਿਣਾ ਸੀ,
ਹਾਂਜੀ ਤੁਮਰੇ ਚਲੇ ਜੇ ਘਨ ਬਰਖੇ ਹੈ। ਤੁਹਾਡੇ ਜਾਇਆਂ ਜੇ ਮੀਂਹ ਪੈ ਜੇ ਉੱਥੇ, ਹਾਂਜੀ, ਇਸ ਤੇ ਹਮ ਮਨ ਕਾਮਨ ਪੈ ਹੈ। ਇਹਦੇ ਨਾਲ ਸਾਡੀਆਂ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ। ਤੇ ਤਪਾ ਜੀ ਸਾਡੇ ਨਾਲ ਚੱਲੋ। ਹਾਂਜੀ, ਜੀਹਤ ਚਾਹਤ ਆਪ ਹਮਾਰਾ, ਨਿਕਸਹੁ ਬਾਹਰ ਗਮਹੁ ਕੇਦਾਰਾ। ਗੱਜ ਕੇ ਆਖੋ ਵਾਹਿਗੁਰੂ। ਕਹਿੰਦੇ ਜੇ ਸਾਡਾ ਭਲਾ ਚਾਹੁੰਦੇ ਹੋ ਨਾ, ਕਿਰਪਾ ਕਰਕੇ ਬਾਹਰ ਨਿਕਲੋ, ਖੇਤਾਂ 'ਚ ਜਾਓ ਇੱਕ ਵਾਰੀ। ਹਾਂਜੀ, ਹਮ ਸਭ ਚਲ ਹੈ ਸੰਗ ਤੁਮਾਰੇ, ਕਰਹੁ ਗ੍ਰਾਮ ਪਰ ਅਸ ਉਪਕਾਰੇ। ਬਾਕੀ ਸਿੱਖ ਕਹਿਣ ਲੱਗੇ ਅਸੀਂ ਨਾਲ ਹੈ ਤੁਹਾਡੇ, ਅਸੀਂ ਤੁਹਾਡੇ ਨਾਲ ਜਾਵਾਂਗੇ ਉੱਥੇ ਖੇਤਾਂ ਵਿੱਚ। ਹਾਂਜੀ, ਕਰਤ ਮਿਤਰਤਾ ਜੁਤ ਪਤਿਆਵਨ, ਇਮ ਕਹਿ ਬਹੁ ਬਿਦ ਕੀਏ ਨਿਕਸਾਵਨ। ਲਓ ਜੀ, ਉਹਨਾਂ ਨੇ ਇੰਨੇ ਪਿਆਰ ਵਾਲੀਆਂ ਗੱਲਾਂ ਕੀਤੀਆਂ ਵੀ ਇਹ ਤਪਾ ਬਾਹਰ ਨਿਕਲੇ ਸਹੀ ਕਿਸੇ ਤਰੀਕੇ ਨਾਲ। ਉਹ ਤਪਾ ਬਾਹਰ ਆ ਗਿਆ ਜੀ, ਗੱਲਾਂ ਵਿੱਚ ਆ ਗਿਆ ਨਾ। ਹਾਂਜੀ, ਵਹਿਰ ਗ੍ਰਾਮ ਤੇ ਨਿਕਸਿਓ ਜਦਾ। ਉਹ ਪਿਆਰਿਓ ਜਦੋਂ ਡੇਰੇ ਚੋਂ ਬਾਹਰ ਆਇਆ ਨਾ, ਉਸੇ ਵੇਲੇ ਬੱਦਲ ਆ ਗਏ ਜੀ। ਗੱਜ ਕੇ ਆਖੋ ਵਾਹਿਗੁਰੂ। ਇਹ ਤਪੇ ਦੀ ਤਾਕਤ ਕੋਈ ਨਹੀਂ, ਇਹ ਗੁਰੂ ਅਮਰਦਾਸ ਜੀ ਦਾ ਬਚਨ ਵਰਤ ਰਿਹਾ ਸੀਗਾ। ਹਾਂਜੀ, ਸਮੁਖ ਆਏ ਕਨ ਦੇਖਿਓ ਤਦਾ। ਉਹ ਲੋਕਾਂ ਵੇਖਿਆ ਵੀ ਬਚਨ ਤੇ ਸੱਚਾ ਹੋ ਗਿਆ। ਇਹਦੇ ਤੇ ਡੇਰੇ ਚੋਂ ਬਾਹਰ ਨਿਕਲਦੇ ਆ ਬੱਦਲ ਆ ਗਏ ਆ, ਜਿਹੜੇ ਕਈ ਚਿਰਾਂ ਦੇ ਨਹੀਂ ਸੀ ਆਏ। ਹਾਂਜੀ, ਪਤਾ ਲਗਿਓ ਸਭ ਕੇ ਮਨ ਮਾਹੀ, ਗੁਰ ਸਿੱਖ ਭਨਿਓ ਸੋ ਮਿਥਿਆ ਨਾਹੀ। ਉਹ ਕਿਸਾਨਾਂ ਨੂੰ ਫਾਈਨਲ ਹੋ ਗਿਆ, ਪੱਕਾ ਹੋ ਗਿਆ। ਉਹ ਜਿਹੜਾ ਬਜ਼ੁਰਗ ਗੁਰੂ ਦਾ ਸਿੱਖ ਬੋਲ ਰਿਹਾ ਨਾ, ਉਹਦੀ ਗੱਲ ਝੂਠੀ ਨਹੀਂ, ਉਹ ਸੱਚ ਬੋਲਦਾ ਹੈ ਗੁਰੂ ਅਮਰਦਾਸ ਜੀ ਦੇ ਬਾਰੇ। ਹਾਂਜੀ, ਕਰਤ ਬਾਰਤਾ ਬੇਗ ਚਲੇ ਹੈ। ਹਾਂਜੀ, ਪਰਖਤ ਸਿੱਖ ਕੋ ਬਾਕ ਭਲੇ ਹੈ। ਤੇ ਵਾਰਤਾਲਾਪ ਕਰਦੇ ਬੜੀ ਤੇਜ਼ੀ ਨਾਲ ਜਾ ਰਹੇ ਸਨ ਖੇਤਾਂ ਵੱਲ, ਕਿਉਂ ਸੂਰਜ ਡੁੱਬ ਰਿਹਾ ਸੀ। ਤੇ ਸਿੱਖ ਦਾ ਬਚਨ ਸੱਚਾ ਹੁੰਦਾ ਵੇਖ ਰਹੇ ਗੁਰੂ ਅਮਰਦਾਸ ਜੀ ਦਾ। ਹਾਂਜੀ, ਲੈ ਜਬ ਗਏ ਕੇਦਾਰ ਮਝਾਰ। ਤੇ ਜਦੋਂ ਤਪੇ ਨੇ ਖੇਤ ਵਿੱਚ ਪੈਰ ਰੱਖਿਆ ਨਾ ਜੀ, ਹਾਂਜੀ, ਬਰਖਨ ਬੂੰਦਾਂ ਲੱਗੀ ਫੁਹਾਰ। ਤੇ ਉਸੇ ਵੇਲੇ ਮੀਂਹ ਪੈਣਾ ਸ਼ੁਰੂ ਹੋ ਗਿਆ। ਗੱਜ ਕੇ ਆਖੋ ਉਹ ਵਾਹਿਗੁਰੂ। ਤਪਾ ਤੇ ਸਮਝਣ ਲੱਗਾ ਸ਼ਾਇਦ ਮੇਰੇ 'ਚ ਕੋਈ ਸ਼ਕਤੀ ਆ ਗਈ ਹੈ, ਪਰ ਪਿੰਡ ਵਾਲਿਆਂ ਵੀ ਨਹੀਂ ਦੱਸਿਆ ਵੀ ਸਾਨੂੰ ਸਿੱਖ ਨੇ ਆਖਿਆ। ਤਪਾ ਨੂੰ ਤਾਂ ਚਾਅ ਚੜ ਗਿਆ। ਹਾਂਜੀ, ਦੂਸਰ ਖੇਤ ਵਿਖੇ ਪਗ ਧਾਰਾ। ਉਹ ਹੁਣ ਹੋਵੇ ਕੀ, ਉਹ ਇੱਕ ਖੇਤ 'ਚ ਹੈ, ਦੂਜੇ ਖੇਤ ਵਾਲਾ ਆਇਆ, ਕਹਿੰਦਾ ਭਰਾਵੋ ਛੇਤੀ ਕਰੋ, ਮੇਰੇ ਖੇਤ 'ਚ ਆਓ, ਉੱਥੇ ਵੀ ਲੋੜ ਹੈ ਪਾਣੀ ਦੀ, ਸੂਰਜ ਡੁੱਬ ਰਿਹਾ। ਹਾਂਜੀ, ਮੋਚਤ ਭਏ ਮੇਘ ਜਲ ਧਾਰਾ। ਉਹ ਦੂਜੇ ਵਿੱਚ ਫਟਾਫਟ ਲੈ ਕੇ ਗਏ, ਉਧਰ ਵੀ ਪੈਣ ਲੱਗ ਪਿਆ ਜੀ। ਹਾਂਜੀ, ਲਗ ਦਿਨ ਰਹਿਓ ਚਿੰਤ ਉਪਜਾਵੇਂ। ਹੁਣ ਦਿਨ ਥੋੜਾ ਰਹਿ ਗਿਆ, ਚਿੰਤਾ ਸਾਰਿਆਂ ਨੂੰ ਵੱਧ ਗਈ ਵੀ ਕਿਹੜੀ ਕਿਹੜੀ ਪੈਲੀ 'ਚ ਖੜਾਂਗੇ ਇਹਨੂੰ, ਹੁਣੇ ਸੂਰਜ ਡੁੱਬ ਜਾਣਾ। ਹਾਂਜੀ, ਨਿਜ ਨਿਜ ਦਿਸ਼ ਕੋ ਚਹਤ ਚਲਾਵੇਂ। ਉਹ ਕੋਈ ਇਧਰੋਂ ਉਹਨੂੰ ਕਹਿੰਦਾ ਤੂੰ ਮੇਰੇ ਖੇਤ 'ਚ ਆ, ਕੋਈ ਉਧਰੋਂ ਕਹਿੰਦਾ ਤੂੰ ਮੇਰੇ ਖੇਤ 'ਚ ਆ। ਹਰ ਕੋਈ ਉਹਨੂੰ ਆਪਣੇ ਖੇਤ 'ਚ ਲੈ ਕੇ ਜਾਣਾ ਚਾਹੁੰਦਾ ਹੈ। ਹਾਂਜੀ, ਆਪਸ ਮਹਿ ਰਾਹਕ ਕਰ ਗਿਨ ਕੋ, ਕਿਮ ਇਹੋ ਕਾਰਜ ਪੂਰ ਸਭਨ ਕੋ। ਉਹ ਕਿਸਾਨ ਆਪਸ ਵਿੱਚ ਗੱਲਾਂ ਕਰਦੇ, ਕਹਿੰਦੇ ਇੰਜ ਨਹੀਂ ਕੰਮ ਪੂਰਾ ਹੋਣਾ। ਗੱਜ ਕੇ ਆਖੋ ਵਾਹਿਗੁਰੂ। ਸੂਰਜ ਡੁੱਬ ਰਿਹਾ, ਪੈਲੀਆਂ ਕਿੰਨੀਆਂ ਨੇ, ਇੱਕ ਇੱਕ ਕਿੱਲਾ ਥੋੜੀ ਹੈ ਜੀ, ਕਿੰਨੇ ਕਿੰਨੇ ਕਿੱਲੇ। ਤੇ ਉਹ ਤੁਰ ਕੇ ਜਾਣਾ ਉਸ ਸਮੇਂ 'ਚ, ਫਿਰ ਜਿਹੜੇ 'ਚ ਜਾ ਕੇ ਖਲੋਏਗਾ ਉੱਥੇ ਮੀਂਹ ਪਏਗਾ। ਹਾਂਜੀ, ਨਿਜ ਕੇਦਾਰ ਦਿਸ਼ ਐਚਨ ਲਾਗੇ। ਉਹ ਵਿੱਚੋਂ ਕੁਝ ਕਿਸਾਨ ਤੇ ਫੜ ਕੇ ਨਾ ਉਹਦੀ ਬਾਂਹ ਆਪਣੇ ਖੇਤਾਂ ਵੱਲ ਖਿੱਚਣ ਲੱਗੇ ਜੀ। ਹੁਣ ਤਪੇ ਨੂੰ ਕਮਲ ਪੈ ਗਿਆ ਵੀ ਇਹ ਕੀ ਕਰ ਰਹੇ ਮੇਰੇ ਨਾਲ। ਹਾਂਜੀ, ਜਿਦਤ ਪਰਸ ਪਰ ਰਿਸ ਉਰ ਜਾਗੇ। ਉਹ ਜਦੋਂ ਦੂਜੇ ਆਪਣੇ ਵੱਲ ਖਿੱਚਣ ਲੱਗੇ ਨਾ, ਤੇ ਪਹਿਲਿਆਂ ਨੂੰ ਗੁੱਸਾ ਚੜ ਗਿਆ, ਇਹ ਕੀ ਕਰਨ ਦੇ, ਸਾਡੇ ਖੇਤ 'ਚ ਤੇ ਚੰਗੀ ਤਰ੍ਹਾਂ ਮੀਂਹ ਪੈ ਜੇ। ਹਾਂਜੀ, ਤਪਾ ਭਇਓ ਵਿਆਕੁਲ ਤਿਸ ਕਾਲਾ। ਉਹ ਤਪਾ ਦੌਰ ਭੋਰਾ ਹੋ ਗਿਆ ਜੀ, ਇਹ ਮੇਰੇ ਨਾਲ ਕੋਈ ਇਧਰੋਂ ਖਿੱਚ ਰਿਹਾ, ਕੋਈ ਇਧਰੋਂ ਖਿੱਚ ਰਿਹਾ। ਹਾਂਜੀ, ਚਿਰਕ ਚਿਰਕ ਤਿੰਨ ਪਰਹੇ ਬੇਸਾਲਾ। ਉਹ ਅੱਗੋਂ ਝਿੜਕਾਂ ਮਾਰੇ ਕਿਸਾਨਾਂ ਨੂੰ। ਗੱਜ ਕੇ ਆਖੋ ਵਾਹਿਗੁਰੂ। ਉਹ ਝਿੜਕਾਂ ਮਾਰੇ, ਪਰ ਉਹ ਕਿਸਾਨ ਉਹਦੀਆਂ ਝਿੜਕਾਂ ਕਿੱਥੋਂ ਸੁਣਨ ਜੀ। ਉਹਨਾਂ ਨੂੰ ਤੇ ਸੀ ਮੀਂਹ ਪੈਣਾ ਚਾਹੀਦਾ, ਉਹ ਬਥੇਰਾ ਝਿੜਕਾਂ ਮਾਰੇ ਭੱਜ ਜੋ ਇੱਥੋਂ, ਉਹ ਨਹੀਂ ਸੁਣਦੇ, ਉਹ ਖਿੱਚੀ ਜਾਂਦੇ ਜੀ ਉਹਨੂੰ। ਹਾਂਜੀ,
ਕਹਿਓ ਤਪੇ ਕੋ ਨਹਿ ਕੋ ਮੰਨ ਹੈ। ਤਪੇ ਦੀ ਗੱਲ ਕੋਈ ਮੰਨੇ ਹੀ ਨਾ। ਉਹ ਬੜੀਆਂ ਝਿੜਕਾਂ ਮਾਰਦਾ, ਉਹਨਾਂ ਨੂੰ ਕੋਈ ਮਤਲਬ ਨਹੀਂ। ਉਹ ਤੱਗੇ ਕਹਿੰਦੇ ਸੀ ਜਿਹੜਾ ਮੀਂਹ ਪਵਾਏਗਾ ਅਸੀਂ ਉਹਦੇ ਵੱਲ ਆ। ਹਾਂਜੀ, ਨਿਜ ਕੇਦਾਰ ਢਿਗ ਸਭ ਸੋ ਅੰਨ ਹੈ। ਹਰ ਕਿਸਾਨ ਤਪੇ ਨੂੰ ਆਪਣੇ ਖੇਤ 'ਚ ਲੈ ਕੇ ਆਉਣਾ ਚਾਹੁੰਦਾ ਸੀ। ਹਾਂਜੀ, ਖੈਂਚਤ ਖੈਂਚਤ ਭਇਓ ਬਿਹਾਲਾ। ਹਾਂਜੀ, ਬੋਲਣ ਤੇ ਥੱਕ ਰਹਿਓ ਨਾ ਚਾਲਾ। ਇੰਨਾ ਖਿੱਚਿਆ ਇੱਧਰ ਆ, ਉਹ ਉੱਧਰ ਆਉਂਦਾ, ਫਟਾਫਟ ਦੂਜੇ ਖਿੱਚ ਕੇ ਲੈ ਜਾਂਦੇ ਆ। ਸੂਰਜ ਨਾ ਡੁੱਬ ਜਾਵੇ ਪਿਆਰੇ, ਉਹਦੇ ਕੋਲੋਂ ਬੋਲਣਾ ਬੰਦ ਹੋ ਗਿਆ ਜੀ ਤਪੇ ਦਾ ਜੀ, ਵਿਆਕੁਲ ਹੋ ਗਿਆ ਨਾ। ਹਾਂਜੀ, ਜਬ ਚਲਬੇ ਤੇ ਹਟ ਸੋ ਰਹਿਓ। ਉਹ ਥੱਕ ਗਿਆ ਜੀ ਤਪਾ ਜੀ। ਉਹ ਕਹਿੰਦਾ ਨਹੀਂ ਨਹੀਂ ਮੇਰੇ ਕੋਲੋਂ ਨਹੀਂ ਹੁਣ ਜਾਇਆ ਜਾਣਾ, ਮੈਂ ਨਹੀਂ ਕਿਤੇ ਜਾਣਾ। ਹੌਲੀ ਹੌਲੀ ਉਹਨੇ ਬੋਲ ਕੇ ਦੱਸਿਆ। ਹਾਂਜੀ, ਮੋਹਨ ਪਿਤਾ ਆਏ ਤਬ ਕਹਿਓ। ਤੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਉੱਥੇ ਆ ਗਏ ਜੀ, ਗੱਜ ਕੇ ਆਖੋ ਵਾਹਿਗੁਰੂ। ਉੱਥੇ ਖੇਤਾਂ 'ਚ ਬਿਠਾਇਆ, ਮੀਂਹ ਪੈ ਰਿਹਾ ਜੀ ਤਪੇ ਉੱਤੇ ਵੀ ਤੇ ਸਾਰੇ ਖੇਤ 'ਚ। ਉਹ ਬੇਹਾਲ ਹੋਇਆ ਪਿਆ ਤਪਾ, ਕਹਿੰਦਾ ਮੈਂ ਨਹੀਂ ਕਿਤੇ ਜਾਣਾ। ਕਿਸਾਨ ਕਹਿੰਦੇ ਤੂੰ ਜਾਣਾ ਹੈ ਕਿ ਨਹੀਂ ਜਾਣਾ, ਤੈਨੂੰ ਤੇ ਖੜਨਾ ਹੀ ਖੜਨਾ, ਸਾਡੇ ਖੇਤਾਂ 'ਚ ਮੀਂਹ ਪੈਣ ਵਾਲਾ। ਉਹਨੇ ਚਿਰ ਨੂੰ ਮਹਾਰਾਜ ਗੁਰੂ ਅਮਰਦਾਸ ਸਾਹਿਬ ਆ ਗਏ ਜੀ। ਹਾਂਜੀ, ਮਾਸ ਅਸਥ ਜਹ ਜਹ ਲੈ ਜੈ ਹੋ। ਮੂਰਖ ਨਾ ਤੇ ਫਿਰ ਇਸ ਤਰ੍ਹਾਂ ਹੀ ਹੋਣਾ ਸੀ ਨਾ। ਹਾਂਜੀ, ਤਹ ਤਹ ਬਰਖਾ ਕਨ ਕੀ ਪੈ ਹੋ। ਉਹਨਾਂ ਆ ਕੇ ਬਚਨ ਛੱਡਤਾ, ਚਿੰਤਾ ਨਾ ਕਰੋ। ਜਿੱਥੇ ਇਹਦਾ ਮਾਸ, ਇਹਦੀਆਂ ਹੱਡੀਆਂ, ਇਹਦੇ ਸਰੀਰ ਦਾ ਅੰਗ ਜਾਏਗਾ ਉੱਥੇ ਵੀ ਮੀਂਹ ਪੈ ਜਾਏਗਾ ਜੀ। ਹਾਂਜੀ, ਸੁਣ ਕੇ ਸਬਨ ਘਸੀਟਿਓ ਜਦਾ। ਉਹ ਕਹਿੰਦੇ ਅੱਛਾ। ਉਹ ਤੇ ਫੜ ਕੇ ਨਾ ਜੀ, ਹੁਣ ਤਰਾਇਆ ਨਹੀਂ ਜੀ, ਦੋ ਨੇ ਫੜਿਆ ਲੱਤਾਂ ਤੋਂ, ਕਿਸਾਨਾਂ ਨੇ, ਵਾਹਿਗੁਰੂ ਦੋਵਾਂ ਨੇ ਬਾਹਾਂ ਤੋਂ ਫੜਿਆ ਤਾਂ ਉਹਨੂੰ ਘੜੀਸਣ ਲੱਗ ਪਏ। ਕਹਿੰਦੇ ਆ ਤਪੇ ਸਾਡੇ ਖੇਤ ਵੱਲ ਚੱਲ। ਉਹਦੇ ਖੇਤ 'ਚ ਮੀਂਹ ਪਿਆ, ਦੋ ਹੋਰ ਤਿਆਰ ਸੀ, ਉਹਨਾਂ ਵੀ ਖਿੱਚ ਲਿਆ ਉਹਨੂੰ, ਘਸੀਟਣ ਲੱਗ ਪਏ ਉਹਨੂੰ। ਹਾਂਜੀ, ਨਿਕਸੇ ਪ੍ਰਾਣ ਭਇਓ ਹੱਥ ਤਦਾ। ਉਹ ਬਥੇਰਾ ਤੜਪਿਆ, ਬਥੇਰਾ ਤੜਪਿਆ। ਉਹਦੀ ਸੁਣਦਾ ਹੀ ਕੌਣ ਸੀ? ਘਸੀੜਦੇ ਘਸੀੜਦੇ ਇੰਨਾ ਜ਼ਿਆਦਾ ਘਸੀੜਿਆ, ਬੇਹਾਲ ਹੋ ਗਿਆ, ਉਹਦੇ ਪ੍ਰਾਣ ਨਿਕਲ ਗਏ ਜੀ ਉਸ ਤਪੇ ਦੇ। ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ। ਮਹਾਰਾਜ ਨੂੰ ਕਢਾਇਆ ਸੀ ਨਾ ਉਹਨੇ। ਹਾਂਜੀ, ਰਹਿ ਬਰਖਾ ਬਿਨ ਖੇਤ ਹਮਾਰੇ। ਉਹ ਲੋਕ ਚਿੰਤਤ ਹੋ ਗਏ। ਉਹ ਕਹਿੰਦੇ ਮਰ ਗਿਆ, ਸਾਡੇ ਖੇਤਾਂ 'ਚ ਤੇਰੇ ਮੀਂਹ ਨਹੀਂ ਪਿਆ, ਉਧਰੋਂ ਸੂਰਜ ਡੁੱਬ ਜਾਣਾ। ਹਾਂਜੀ, ਇਮ ਬੋਲਤ ਅਰ ਚਿੰਤ ਵਿਚਾਰੇ। ਉਹ ਚਿੰਤਾ ਕਰ ਰਹੇ ਆ। ਹਾਂਜੀ, ਏਕ ਮਰੇ ਜੀਵਹਿ ਸਭ ਗਾਉ। ਹਾਂਜੀ, ਜਾਂ ਤੇ ਤੋਰ ਲਈਏ ਕਰ ਵਾਹਿਗੁਰੂ ਪਾਉ। ਵਾਹਿਗੁਰੂ, ਗੱਜ ਕੇ ਆਖੋ ਵਾਹਿਗੁਰੂ। ਇਹਨੇ ਕਿਹਾ ਸੀ ਇੱਕ ਗੁਰੂ ਅੰਗਦ ਦੇਵ ਸਾਹਿਬ ਕਰਕੇ ਮੀਂਹ ਨਹੀਂ ਪੈ ਰਿਹਾ, ਉਹਨਾਂ ਨੂੰ ਬਾਹਰ ਭੇਜੋ। ਤੇ ਕਿਸਾਨ ਪਤਾ ਕੀ ਕਹਿੰਦੇ? ਕਹਿੰਦੇ ਕੋਈ ਨਹੀਂ, ਜੇ ਇੱਕ ਮਰ ਵੀ ਗਿਆ ਪਿੰਡ ਤੇ ਰਾਜੀ ਹੈ ਨਾ ਸਾਰਾ, ਮੀਂਹ ਤੇ ਪੈ ਰਿਹਾ ਨਾ। ਤੇ ਕਹਿੰਦੇ ਕੋਈ ਨਹੀਂ, ਜਾਂ ਤੇ ਤੋਰ ਲਈਏ ਕਰ ਪਾਉ। ਉਹਨਾਂ ਫੜੇ ਪਿਆਰਿਓ, ਸ਼ਸਤਰ ਸੀਗੇ ਤਿੱਖੇ, ਉਹਨਾਂ ਨੇ ਹੱਥ ਪੈਰ ਵੱਢਣੇ ਸ਼ੁਰੂ ਕਰਤੇ ਜੀ। ਤਪੇ ਕੋਈ ਹੱਥ ਲੈ ਗਿਆ, ਕੋਈ ਪੈਰ ਲੈ ਗਿਆ, ਕੋਈ ਲੱਤ ਲੈ ਗਿਆ। ਹਾਂਜੀ, ਆਪੋ ਆਪਣੇ ਖੇਤ ਪਧਾਰੇ। ਬਸ ਜਿਹੜਾ ਕਿਸੇ ਨੇ ਲੱਤ ਲੈ ਗਿਆ, ਕੋਈ ਬਾਂਹ ਲੈ ਗਿਆ, ਕੋਈ ਹੱਥ ਲੈ ਗਿਆ, ਵੱਢ ਵੱਢ ਕੇ ਆਪਣੇ ਖੇਤਾਂ 'ਚ ਲਈ ਜਾਂਦੇ। ਤੇ ਬਚਨ ਪੂਰਾ ਹੁੰਦਾ 'ਚ, ਜਿਸ ਖੇਤ 'ਚ ਤਪੇ ਦਾ ਅੰਗ ਵੀ ਜਾਂਦਾ ਪਿਆਰਿਓ, ਉਸ ਖੇਤ ਵਿੱਚ ਗੁਰੂ ਅਮਰਦਾਸ ਜੀ ਦੇ ਬਚਨ ਅਨੁਸਾਰ ਮੀਂਹ ਪੈਣ ਲੱਗ ਪੈਂਦਾ ਹੈ। ਬੁਰਾ ਕੀਤਾ ਸੀ ਨਾ, ਤੇ ਉਹ ਬੁਰੇ ਦਾ ਅੰਜਾਮ ਬੁਰਾ ਹੈ। ਹਾਂਜੀ, ਜਹ ਜਹਗੇ ਪਸਰਿਓ ਘਨ ਸਾਰੇ। ਜਿੱਥੇ ਜਿੱਥੇ ਸਰੀਰ ਦਾ ਅੰਗ ਜਾ ਰਿਹਾ ਸੀ, ਉੱਥੇ ਉੱਥੇ ਮੀਂਹ ਪੈ ਰਿਹਾ ਸੀਗਾ ਜੀ। ਹਾਂਜੀ, ਤਪਾ ਮਰੇ ਤੇ ਇੱਕ ਰਸ ਬਾਰ। ਤੇ ਜਦੋਂ ਐ ਸਾਧ ਸੰਗਤ ਜੀ ਮੀਂਹ ਤਪਾ ਮਰ ਗਿਆ, ਅੰਗ ਪਹੁੰਚ ਗਏ, ਫਿਰ ਕੱਲੇ ਖੇਤਾਂ ਵਿੱਚ ਨਹੀਂ, ਫਿਰ ਸਾਰੇ ਖਡੂਰ ਸਾਹਿਬ ਵਿੱਚ ਹੀ ਮੀਂਹ ਪੈ ਗਿਆ ਜੀ। ਹਾਂਜੀ, ਬਰਖਾ ਕੀਨਸ ਮੇਘ ਕੇਦਾਰ। ਖੂਬ ਬੱਦਲਾਂ ਨੇ ਖੇਤਾਂ ਤੇ ਮੀਂਹ ਪਾਇਆ ਜੀ ਰੱਜ ਕੇ। ਮੈਂ ਪਹਿਲਾਂ ਬੇਨਤੀ ਕੀਤੀ, ਬਰਸ ਸਰਸ ਆਗਿਆ। ਮੀਂਹ ਹੁਕਮ 'ਚ ਪੈਂਦਾ 'ਚ, ਜਿਹਦੇ ਪੱਲੇ ਨਾਮ ਹੋਵੇ, ਇਹ ਸਾਰੀਆਂ ਚੀਜ਼ਾਂ ਉਹਨਾਂ ਦੇ ਹੁਕਮ 'ਚ ਹੋ ਜਾਂਦੀਆਂ। ਮਹਾ ਪਖੰਡੀ ਸਭ ਹਿਨ ਜਾਣਿਓ। ਸਾਰਿਆਂ ਨੂੰ ਪਤਾ ਲੱਗ ਗਿਆ ਤਪਾ ਅਸਲ ਵਿੱਚ ਪਖੰਡੀ ਸੀ।
ਹਾਂਜੀ ਦੁਐਸ ਠਾਨ ਗੁਰ ਕੋ ਨਿਕਸਾਨਿਓ। ਇਹਨੇ ਝੂਠ ਬੋਲ ਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਇੱਥੋਂ ਭਿਜਵਾਇਆ। ਇਹਦਾ ਕੋਈ ਮੰਤਰ ਨਹੀਂ ਫੁੜਿਆ, ਇਹਦੇ ਮੰਤਰ ਨਾਲ ਮੀਂਹ ਨਹੀਂ ਪਿਆ, ਬਾਬਾ ਅਮਰਦਾਸ ਜੀ ਦੇ ਬਚਨ ਨਾਲ ਪਿਆ। ਜੇ ਗੁਰੂ ਦੇ ਸਿੱਖ ਦੇ ਬਚਨ ਨਾਲ ਮੀਂਹ ਪੈ ਸਕਦਾ ਤੇ ਗੁਰੂ ਅੰਗਦ ਦੇਵ ਸਾਹਿਬ ਕਿੱਡੇ ਵੱਡੇ ਹੋਣਗੇ। ਹੁਣ ਮੀਂਹ ਪੈ ਗਿਆ ਨਾ, ਪਿੰਡ ਵਾਲੇ ਸੋਚਦੇ ਮਹਾਰਾਜ ਨੂੰ ਵਾਪਸ ਲੈ ਕੇ ਆਈਏ। ਗੱਜ ਕੇ ਆਖੋ ਵਾਹਿਗੁਰੂ। ਸਾਡੇ ਕੋਲੋਂ ਭੁੱਲ ਹੋ ਗਈ। ਬਸ ਨਿੰਦਕ ਦਾ ਇਹੋ ਹਾਲ ਹੁੰਦਾ। ਅਰੜਾਵੈ ਬਿਲ ਲਾਵੈ ਨਿੰਦਕ, ਆਪਣਾ ਕੀਤਾ ਪਾਵੈ ਨਿੰਦਕ। ਮਹਾਰਾਜ ਕਿਰਪਾ ਕਰਨ। ਇਹਦੇ ਤੋਂ ਅੱਗੇ ਆਪਾਂ ਕੱਲ ਨੂੰ ਸਰਵਣ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 2 ਮਿੰਟ ਗੁਰਮੰਤਰ ਦਾ ਜਾਪ ਕਰੋ।